ਗੁਰੂ ਨਾਨਕ ਪਾਤਸ਼ਾਹ ਹੀ ਜਿਹੜੀ ਆ ਉਹ ਚਰਨ ਪਹੁਲ ਦੀ ਮਰਿਆਦਾ ਸ਼ੁਰੂ ਕਰਦੇ ਨੇ ਔਰ ਚਰਨ ਪਹੁਲ ਦੀ ਮਰਿਆਦਾ ਹੀ ਅੱਗੇ ਜਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਤਬਦੀਲ ਹੁੰਦੀ ਆ। ਇੱਕ ਗੱਲ ਆਪਣੇ ਦਿਮਾਗ 'ਚ ਸਾਰੇ ਸੋਚ ਕੇ ਦੇਖਿਓ ਕਿ ਅਗਰ ਆਪਾਂ ਕੱਲ ਨੂੰ ਕਿਤੇ ਇਹ ਦੇਖੀਏ ਕਿ ਪੰਜਾਬੀ ਤਾਂ ਕੋਈ ਭਾਸ਼ਾ ਹੈ ਹੀ ਨਹੀਂ, ਅਗਰ ਇਹ ਕਿਤੇ ਹੋਵੇ ਕਿ ਪੰਜਾਬੀ ਦਾ ਕੋਈ ਭਾਸ਼ਾ ਨਹੀਂ ਹੈ, ਤਾਂ ਫਿਰ ਪੰਜਾਬ ਦਾ ਤੇ ਬਾਕੀ ਹੋਰਨਾਂ ਸੂਬਿਆਂ ਦਾ ਵਖਰੇਵਾਂ ਕੀ ਰਹਿ ਗਿਆ। ਹੁਣ ਨਰਿੰਦਰ ਮੋਦੀ ਹੈ ਤਾਂ ਉਹਨਾਂ ਨੂੰ ਵੀ ਜਦੋਂ ਉਹ ਪੰਜਾਬ ਜਾਂਦੇ ਨੇ ਤੇ ਉਹਨਾਂ ਨੂੰ ਬਕਾਇਦਾ ਪੱਗ ਬੰਨ੍ਹ ਕੇ ਦਿੱਤੀ ਗਈ ਸੀ, ਤਾਂ ਕਿਆ ਉਹ ਸਿੱਖ ਹੋ ਗਏ? ਅਮਿਤ ਸ਼ਾਹ ਨੂੰ ਬਕਾਇਦਾ ਹਜ਼ੂਰ ਸਾਹਿਬ ਵਾਲਿਆਂ ਨੇ ਇੱਕ ਪੋਸ਼ਾਕ ਵੀ ਪਵਾ ਦਿੱਤੀ ਔਰ ਬਕਾਇਦਾ ਪੱਗ ਵੀ ਬੰਨ੍ਹ ਦਿੱਤੀ, ਤਾਂ ਕਿਆ ਉਹ ਸਿੱਖ ਹੋ ਗਏ? ਸੋ ਜਿਹੜੀ ਸਿੱਖ ਹੈ, ਜਿਹੜਾ ਸਿੱਖ ਸਿਰਫ ਇੱਕ ਜਿਹੜਾ ਬੰਦਾ ਪੱਗ ਬੰਨ੍ਹ ਰਿਹਾ ਉਹ ਸਿੱਖ ਨਹੀਂ ਹੋ ਜਾਂਦਾ। ਸਿੱਖ ਹੋਣ ਦੇ ਲਈ ਸਿੱਖੀ ਨਿਯਮ, ਸਿੱਖੀ ਮਰਿਆਦਾਵਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ, ਜੋ ਕਿ ਮਰਿਆਦਾਵਾਂ ਗੁਰੂ ਨਾਨਕ ਨੇ ਸਾਨੂੰ ਦਿੱਤੀਆਂ ਨੇ। ਜਿਹੜੇ ਸਾਡੇ ਬੁੱਧੀਜੀਵੀ ਜਾਂ ਜਿਹੜੇ ਸਾਡੇ ਅਗਲੀ ਜਿਹੜੀਆਂ ਪੀੜ੍ਹੀਆਂ ਦੇ ਜਿਹੜੇ ਸੋਸ਼ਲ ਸਰਵਿਸ ਜਿਹੜੇ ਕਰਦੇ ਨੇ ਜਾਂ ਜਿਹੜੇ ਇਹ ਭਾਸ਼ਾ ਦੇ ਲਈ ਜਿਹੜੇ ਲੜਾਈ ਲੜ ਰਹੇ ਨੇ, ਉਹ ਲੋਕ ਬਾਰ-ਬਾਰ ਕਹਿੰਦੇ ਨੇ ਕਿ ਆਪਣੀ ਜਦੋਂ ਤੁਹਾਡੀ ਜਨਗਣਨਾ ਹੁੰਦੀ ਹੈ ਤਾਂ ਉਹਦੇ ਵਿੱਚ ਲਿਖੋ, ਸੈਂਸਸ ਦੇ ਵਿੱਚ ਲਿਖੋ ਕਿ ਤੁਹਾਡੀ ਭਾਸ਼ਾ ਪੰਜਾਬੀ ਹੈ। ਉਹ ਕਿਉਂ ਇਸ ਗੱਲ 'ਤੇ ਜ਼ੋਰ ਦਿੰਦੇ ਨੇ? ਕਿਉਂਕਿ ਅਗਰ ਅਸੀਂ ਵੀ ਨਹੀਂ ਲਿਖਾਂਗੇ ਤਾਂ ਜਿਹੜੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਤਰ ਭਾਸ਼ਾ ਜਿਹੜੀ ਹੈ, ਨੇਟਿਵ ਲੈਂਗੁਏਜ ਹਿੰਦੀ ਟਿਕ ਕਰ ਰਹੇ ਨੇ, ਤਾਂ ਉਹ ਇਸ ਗੱਲ ਦਾ ਰਾਹ ਸੁਖਾਲਾ ਕਰ ਰਹੇ ਆ ਕਿ ਅਗਲੀਆਂ ਜਿਹੜੀਆਂ ਹਕੂਮਤਾਂ ਨੇ ਉਹ ਇਹ ਕਹਿ ਦੇਣ ਕਿ ਪੰਜਾਬੀ ਕਿਸੇ ਖਿੱਤੇ ਦੀ ਨੇਟਿਵ ਭਾਸ਼ਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਪਿਛਲੇ ਐਪੀਸੋਡ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਰੀਕੈਪ ਵਾਂਗੂ ਦਿੱਤਾ ਸੀਗਾ ਔਰ ਮੈਂ ਡਿਸਕਸ ਕੀਤਾ ਸੀਗਾ ਕਿ ਜਿਹੜੇ ਆਉਣ ਵਾਲੇ ਐਪੀਸੋਡਸ ਨੇ ਉਹ ਆਪਾਂ ਉਹਦੇ ਵਿੱਚ ਕੀ ਗੱਲ ਕਰਾਂਗੇ। ਪਿਛਲਾ ਐਪੀਸੋਡ ਜਿਹੜਾ ਸੀ ਉਹ ਮੈਕਸੀਮਮ ਇਹ ਸੀਗਾ ਕਿ ਅਸੀਂ ਪਹਿਲਾਂ ਕੀ ਗੱਲ ਕਰ ਚੁੱਕੇ ਔਰ ਮੈਂ ਇੱਕ ਸਵਾਲ ਜਿਹੜਾ ਮੈਨੂੰ ਬਾਰ-ਬਾਰ ਕੀਤਾ ਜਾਂਦਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹ ਸਵਾਲ ਸੀਗਾ ਕਿ ਜਦੋਂ ਅਸੀਂ ਸਿੱਖੀ ਨੂੰ ਨਿਯਮਾਂ ਦੇ ਵਿੱਚ ਬੰਨ੍ਹਦੇ ਹਾਂ, ਜਦੋਂ ਮੈਂ ਇਹ ਕਹਿੰਦੀ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੇ ਲਈ ਜੋ ਨਿਯਮ ਨਿਰਧਾਰਿਤ ਕੀਤੇ ਨੇ, ਸਾਨੂੰ ਉਹਨਾਂ ਦੇ ਅਕੋਰਡਿੰਗ ਚੱਲਣਾ ਪਊਗਾ, ਤਾਂ ਉੱਥੇ ਜਾ ਕੇ ਕਿਤੇ ਨਾ ਕਿਤੇ ਇਹ ਪ੍ਰੋਬਲਮ ਆ ਜਾਂਦੀ ਆ ਜਾਂ ਮੈਨੂੰ ਇਹ ਗੱਲ ਆਉਂਦੀ, ਇਹ ਸਵਾਲ ਕੀਤਾ ਜਾਂਦਾ ਬਾਰ-ਬਾਰ ਕਿ ਅਸੀਂ ਸਿੱਖੀ ਨੂੰ ਛੋਟਾ ਕਰਦੇ ਹਾਂ ਜਾਂ ਅਸੀਂ ਸਿੱਖੀ ਨੂੰ ਸੰਗੋੜਦੇ ਪਏ ਹਾਂ ਔਰ ਉਹ ਸਿੱਖੀ ਦਾ ਜੋ ਗੁਰੂ ਨਾਨਕ ਦੀ ਸਿੱਖੀ ਆ ਉਹਦੇ ਅਨੁਕੂਲ ਨਹੀਂ ਹੈ। ਅਤੇ ਮੈਂ ਇਹ ਗੱਲ ਕੀਤੀ ਸੀ ਪਿਛਲੇ ਐਪੀਸੋਡ ਦੇ ਵਿੱਚ ਕਿ ਅਸੀਂ ਕੋਈ ਨਹੀਂ ਹੁੰਦੇ ਸਿੱਖੀ ਨੂੰ ਛੋਟੀ ਜਾਂ ਵੱਡੀ ਕਰਨ ਵਾਲੇ, ਅਸੀਂ ਕੋਈ ਨਹੀਂ ਹੁੰਦੇ ਸਿੱਖੀ ਦੇ ਨਿਯਮ ਆਧਾਰਿਤ ਕਰਨ ਵਾਲੇ। ਉਹ ਸਾਰੇ ਜਿਹੜੇ ਨਿਯਮ ਨੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਆਪ ਦਿੱਤੇ ਨੇ। ਇਸੇ ਗੱਲ ਦੇ ਉੱਤੇ ਚੱਲਦੇ ਮੈਂ ਇਹ ਗੱਲ ਕੀਤੀ ਸੀਗੀ ਕਿ ਜਦੋਂ ਵੀ ਅਸੀਂ ਮਰਿਆਦਾ ਦੀ, ਉਹਦੇ ਵਿੱਚ 2-3 ਗੱਲਾਂ ਜਿਹੜੀਆਂ ਮੇਰੀਆਂ ਰਹਿ ਗਈਆਂ ਸੀ ਉਹ ਮੈਂ ਇਸ ਵਾਰੀ ਹੁਣ ਕੰਪਲੀਟ ਕਰ ਦਿੰਦੀ ਹਾਂ ਕਿ ਜਿਹੜੀ ਮਰਿਆਦਾ ਦੀ ਗੱਲ ਆਉਂਦੀ ਆ, ਕੁਛ ਲੋਕ ਕਹਿੰਦੇ ਨੇ ਜੀ ਅੰਮ੍ਰਿਤ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ੁਰੂ ਕੀਤਾ, ਪਰ ਆਪਾਂ ਨੂੰ ਜਦੋਂ ਮਰਿਆਦਾ ਦੇ ਅਕੋਰਡਿੰਗ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਹੀ ਜਿਹੜੀ ਆ ਉਹ ਚਰਨ ਪਹੁਲ ਦੀ ਮਰਿਆਦਾ ਸ਼ੁਰੂ ਕਰਦੇ ਨੇ ਔਰ ਚਰਨ ਪਹੁਲ ਦੀ ਮਰਿਆਦਾ ਹੀ ਅੱਗੇ ਜਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਤਬਦੀਲ ਹੁੰਦੀ ਆ। ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕੀ ਕਿ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਟੋਟੈਲਿਟੀ ਦੇ ਵਿੱਚ ਪੜ੍ਹਾਂਗੇ, ਜਦੋਂ ਅਸੀਂ ਸਿੱਖ ਇਤਿਹਾਸ ਨੂੰ ਅਲੱਗ-ਅਲੱਗ ਕਰਕੇ ਨਹੀਂ ਪੜ੍ਹ ਸਕਦੇ, ਇਹ ਗੱਲ ਸਾਨੂੰ ਸਮਝਣੀ ਪਊਗੀ। ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵੱਖਰਾ ਕਰਕੇ ਨਹੀਂ ਸਮਝਿਆ ਜਾ ਸਕਦਾ। ਜਦ ਤੱਕ ਅਸੀਂ ਸਿੱਖ ਇਤਿਹਾਸ ਨੂੰ ਟੋਟੈਲਿਟੀ ਦੇ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਸ ਜਿਹੜੀ ਟੋਟੈਲਿਟੀ ਦੇ ਵਿੱਚੋਂ ਜੋ ਨਿਕਲੀਆਂ ਹੋਏ ਜੋ ਨਿਯਮ ਨੇ, ਮਰਿਆਦਾਵਾਂ ਨੇ, ਜੋ ਮੈਂ ਫਲਸਫਾ ਨਹੀਂ ਕਹਿ ਸਕਦੀ ਕਿਉਂਕਿ ਫਲਸਫਾ ਬੜਾ ਦੁਨਿਆਵੀ ਚੀਜ਼ ਹੁੰਦੀ ਆ, ਜੋ ਉਹਨਾਂ ਦੀ ਇੱਕ ਰੂਹਾਨੀਅਤ ਨਾਲ ਭਰਪੂਰ ਜੋ ਇੱਕ ਜੀਵਨ ਸ਼ੈਲੀ ਹੈ, ਉਹ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਨੂੰ ਅੱਗੇ ਉਹ ਸਾਡੇ ਦਰਜ ਕਰਕੇ ਅਤੇ ਸਾਡੇ ਸ਼ਬਦ ਨੂੰ ਸਾਡਾ ਗੁਰੂ ਸਥਾਪਿਤ ਕਰ ਜਾਂਦੇ ਨੇ। ਸ਼ਬਦ ਨੂੰ ਗੁਰੂ ਸਥਾਪਿਤ ਕਰਨਾ ਵੀ, ਇਹ ਵੀ ਮੈਂ ਪਹਿਲਾਂ ਗੱਲ ਕਰ ਚੁੱਕੀ ਕਿ ਇਹ ਵੀ ਇੱਕ ਕੰਟੀਨਿਊਟੀ ਦਾ ਹਿੱਸਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਪੁੱਛਿਆ ਜਾਂਦਾ ਹੈ ਕੌਣ ਗੁਰੂ ਕਿਸ ਕਾ ਤੂੰ ਚੇਲਾ, ਤਾਂ ਉਹ ਜਵਾਬ ਦੇ ਵਿੱਚ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ।
ਔਰ ਉਸੇ ਹੀ ਸ਼ਬਦ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹ ਸਾਡਾ ਗੁਰੂ ਥਾਪ ਦਿੰਦੇ ਨੇ। ਪਰ ਇਸ ਪੂਰੇ ਜਿਹੜੀ ਇੱਕ ਮਰਿਆਦਾ ਨੂੰ ਇੱਕ ਔਰਗਨਾਈਜ਼ ਫਾਰਮ ਦੇ ਵਿੱਚ ਲੈ ਕੇ ਆਉਣ ਦੇ ਲਈ ਇਹ ਓਵਰਨਾਈਟ ਕਦੀ ਨਹੀਂ ਹੁੰਦਾ। ਬਿਨਾਂ ਨਿਯਮ ਦੇ, ਬਿਨਾਂ ਮਰਿਆਦਾਵਾਂ ਦੇ ਇੱਕ ਜਿਹੜੀਆਂ ਜਥੇਬੰਦਿਕ ਚੀਜ਼ਾਂ ਨੇ, ਜੋ ਢਾਂਚੇ ਨੇ, ਉਹ ਚੱਲਿਆ ਨਹੀਂ ਕਰਦੇ ਹੁੰਦੇ। ਗੁਰੂ ਨਾਨਕ ਨੇ ਪਹਿਲੇ ਜਾਮੇ ਦੇ ਵਿੱਚ ਆ ਕੇ ਤਾਂ ਲੋਕਾਂ ਨੂੰ ਵੰਗਾਰ ਦਿੱਤੀ, ਲੋਕਾਂ ਨੂੰ ਝੰਜੋੜਿਆ, ਉਹਨਾਂ ਨੂੰ ਜਗਾਇਆ ਕਿ ਤੁਹਾਡੇ ਨਾਲ ਹੋ ਕੀ ਰਿਹਾ ਹੈ, ਤੁਸੀਂ ਲੁੱਟੇ ਕੁੱਟੇ ਕਿੱਥੇ ਜਾ ਰਹੇ ਆ। ਉਸ ਤੋਂ ਬਾਅਦ 9 ਜਾਮੇ ਜਿਹੜੇ ਨੇ ਉਹਨਾਂ ਵਿੱਚ ਬਕਾਇਦਾ ਉਹਨਾਂ ਨੇ ਉਸ ਇੱਕ ਕਿਰਦਾਰ ਨੂੰ ਖੜਾ ਕੀਤਾ ਜਿਸ ਬਾਰੇ ਉਹ ਪਹਿਲਾਂ ਹੀ ਪੁੱਛਦੇ ਨੇ ਕਿ ਜਾਂ ਤਾਂ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀਆ, ਉਹ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਦਰਜ ਹੈ ਇਹ। ਤਾਂ ਉਹ ਜਦੋਂ ਇਸ ਨੂੰ ਆਪਾਂ ਅਗਰ ਟੋਟੈਲਿਟੀ ਵਿੱਚ ਵੇਖਾਂਗੇ ਨਾ, ਤੇ ਫਿਰ ਸਾਨੂੰ ਸਮਝ ਆਊਗੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀਆਂ ਬਾਣੀਆਂ ਨੇ ਉਹਨਾਂ ਨੂੰ ਅਸੀਂ ਗੁਰੂਆਂ ਦੇ ਵਿੱਚ, ਭਗਤਾਂ ਦੇ ਵਿੱਚ, ਭੱਟਾਂ ਦੇ ਵਿੱਚ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ। ਜਦੋਂ ਅਸੀਂ ਇਹ ਦੇਖਣਾ ਸ਼ੁਰੂ ਕਰਾਂਗੇ ਤਾਂ ਅਸੀਂ ਆਪਣੇ ਨਿਸ਼ਾਨੇ ਤੋਂ, ਅਸੀਂ ਆਪਣੇ ਟੀਚੇ ਤੋਂ ਖੁੰਝ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਟੋਟੈਲਿਟੀ ਦੇ ਵਿੱਚ ਹੀ ਦੇਖਿਆ ਜਾ ਸਕਦਾ, ਪੂਰਨ ਗੁਰੂ ਦੇ ਰੂਪ ਦੇ ਵਿੱਚ ਹੀ ਦੇਖਿਆ ਜਾ ਸਕਦਾ। ਅਤੇ ਗੁਰੂ ਮਹਾਰਾਜ ਦੇ ਜਿਹੜੇ ਜੀਵਨ ਨੇ, ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਦਾ ਜਿਹੜਾ ਜੀਵਨ ਹੈ ਉਹ ਟੋਟੈਲਿਟੀ ਦੇ ਵਿੱਚ ਹੀ ਵੇਖਿਆ ਜਾ ਸਕਦਾ, ਤਾਂ ਹੀ ਸਮਝਿਆ ਜਾ ਸਕਦਾ। ਇਹਦੀ ਜਿਹੜੀ ਜਿਸਟ ਹੈ ਉਹ ਸਮਝੀ ਤਾਂ ਜਾ ਸਕਦੀ ਹੈ ਜੇ ਅਸੀਂ ਸਿੱਖ ਇਤਿਹਾਸ ਨੂੰ ਇੱਕ ਸੰਪੂਰਨਤਾ ਦੇ ਵਿੱਚ ਵੇਖਾਂਗੇ। ਗੁਰੂ ਨਾਨਕ ਨੂੰ ਅਲੱਗ, ਗੁਰੂ ਅੰਗਦ ਪਾਤਸ਼ਾਹ ਨੂੰ ਅਲੱਗ, ਫਿਰ ਗੁਰੂ ਅਮਰਦਾਸ ਜੀ ਨੂੰ ਅਲੱਗ ਕਰਕੇ ਅਗਰ ਆਪਾਂ ਦੇਖਾਂਗੇ ਤਾਂ ਆਪਾਂ ਖੁੰਝ ਜਾਵਾਂਗੇ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਮਰਿਆਦਾ ਦਿੱਤੀ ਉਹ ਮਰਿਆਦਾ ਹੀ ਸਿੱਖੀ ਦਾ ਜਿਹੜਾ ਆਧਾਰਸ਼ਿਲਾ ਹੈ। ਉਸ ਆਧਾਰ ਦੇ ਉੱਤੇ ਅੱਗੇ ਜੋ 9 ਪਾਤਸ਼ਾਹੀਆਂ ਨੇ ਆਪਣਾ ਜੀਵਨ ਜੀ ਕੇ ਸਾਨੂੰ ਜੋ ਦ੍ਰਿੜ ਕਰਵਾ ਕੇ ਉਹ ਇੱਕ ਮਹਿਲ ਉਸਾਰਿਆ, ਔਰ ਜਿਸ ਦੀ ਸੰਪੂਰਨਤਾ ਖਾਲਸਾ ਪੰਥ ਨੇ ਕੀਤੀ। ਹੁਣ ਪੰਥ ਜੋ ਹੈ ਉਹ ਗੁਰੂ ਨਾਨਕ ਪਾਤਸ਼ਾਹ ਇੱਕ ਐਸਾ ਪੰਥ ਤਿਆਰ ਕਰਦੇ ਨੇ ਕਿ ਜਿਹੜਾ ਸਿੱਖ ਪੰਥ ਨੂੰ ਜਦੋਂ ਉਹ ਇੱਕ ਜਥੇਬੰਦਿਕ ਰੂਪ ਦੇ ਵਿੱਚ ਦਿੰਦੇ ਨੇ ਤਾਂ ਇੱਕ ਤਰ੍ਹਾਂ ਦੀ ਸਿੱਖ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਸਿੱਖ ਲਹਿਰ ਦੇ 3 ਮੁੱਖ ਟੀਚੇ ਸੀ। ਹੁਣ ਉਹ 3 ਮੁੱਖ ਟੀਚੇ ਕਿਹੜੇ ਸੀਗੇ? ਪਹਿਲਾ ਕਿ ਮਨੁੱਖ ਜਾਤੀ ਦੀ ਮੁਕੰਮਲ ਆਜ਼ਾਦੀ। ਹੁਣ ਇਸ ਬਾਰੇ ਵੀ ਆਪਾਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੀ ਮੁਕੰਮਲ ਆਜ਼ਾਦੀ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਉਹ ਨਿਰਵੈਰ ਅਤੇ ਨਿਰਭਉ ਦੇ ਫਲਸਫੇ 'ਚੋਂ ਹੀ ਨਿਕਲ ਕੇ ਆਊਗੀ, ਕਿਉਂਕਿ ਮਨੁੱਖ ਮੁਕੰਮਲ ਤਰੀਕੇ ਨਾਲ ਆਜ਼ਾਦ ਉਦੋਂ ਹੋ ਸਕਦਾ ਜਦੋਂ ਨਾ ਤਾਂ ਉਹਨੂੰ ਕਿਸੇ ਨਾਲ ਵਿਅਕਤੀਗਤ ਵੈਰ ਹੋਵੇ ਅਤੇ ਨਾ ਉਹਨੂੰ ਕਿਸੇ ਦਾ ਭੈ ਹੋਵੇ। ਜਦੋਂ ਉਹ ਇਨਸਾਨ ਤੋਂ ਡਰੀ ਜਾਊਗਾ ਨਾ ਤਾਂ ਉਹ ਕਿਤੇ ਨਾ ਕਿਤੇ ਸੀਮਾਵਾਂ ਦੇ ਵਿੱਚ ਬੰਨ੍ਹਿਆ ਰਹੂਗਾ, ਔਰ ਜਦੋਂ ਉਹ ਵੈਰ ਦੀ ਭਾਵਨਾਵਾਂ ਦੇ ਵੀ ਨਾਲ ਚੱਲਣਾ ਸ਼ੁਰੂ ਕਰ ਦੂਗਾ ਤਾਂ ਫਿਰ ਵੀ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਆਜ਼ਾਦੀ ਹੈ ਉਹ ਕਿਸੇ ਬਾਊਂਡਰੀ ਵਿੱਚ ਆ ਜਾਊਗੀ, ਕਿਉਂਕਿ ਵੈਰ ਦੇ ਵਿੱਚੋਂ ਗੁੱਸਾ, ਦੁਐਸ਼, ਹੋਰ ਸਭ ਚੀਜ਼ਾਂ ਨਿਕਲਦੀਆਂ। ਇਹ ਗੱਲਾਂ ਮੈਂ ਬਹੁਤ ਜਿਹੜੇ ਪੁਰਾਣੇ ਐਪੀਸੋਡਸ ਨੇ ਉਹਨਾਂ ਵਿੱਚ ਬੜੇ ਵਿਸਥਾਰ ਦੇ ਨਾਲ ਕੀਤੀਆਂ ਹੋਈਆਂ ਨੇ, ਪਰ ਇਹ ਗੱਲ ਰਿਪੀਟ ਕਰਨੀ ਜ਼ਰੂਰੀ ਹੈ ਕਿਉਂਕਿ ਸਾਨੂੰ ਸਮਝਣਾ ਜ਼ਰੂਰੀ ਹੈ ਕਿ ਸਿੱਖ ਪੰਥ ਜਿਹੜਾ ਹੋਇਆ ਇੱਕ ਸਿੱਖ ਲਹਿਰ ਖੜੀ ਕਰਨ ਵੱਲ ਵੀ ਇੱਕ ਕਦਮ ਸੀਗਾ, ਔਰ ਉਹ ਲਹਿਰ ਦੇ ਵਿੱਚ ਜਿਹੜੇ ਮੁੱਖ ਟੀਚੇ ਸੀ ਉਹ ਟੀਚੇ ਕਿਹੜੇ ਸੀਗੇ? ਪਹਿਲਾ ਸੀ ਕਿ ਸਿੱਖਾਂ ਜਿਹੜੀ ਮਨੁੱਖ ਜਾਤੀ ਹੈ ਉਸ ਦੀ ਮੁਕੰਮਲ ਆਜ਼ਾਦੀ। ਦੂਸਰਾ, ਜਾਤ ਪਾਤ ਜਾਂ ਕਿਸੇ ਤਰ੍ਹਾਂ ਦੀ ਵੀ ਕੈਟੇਗਰੀ ਤੋਂ ਰਹਿਤ ਸਮਾਜ ਦੀ ਸਿਰਜਣਾ। ਹੁਣ ਜਦੋਂ ਆਪਾਂ ਕੈਟੇਗਰੀਜ਼ ਦੇ ਵਿੱਚ ਆਉਂਦੇ ਹਾਂ ਤਾਂ ਉਹਦੇ ਵਿੱਚ ਹੀ ਫਿਰ ਭੈ ਵੀ ਆਉਂਦਾ, ਉਹਦੇ ਵਿੱਚ ਹੀ ਵੈਰ ਵੀ ਆਉਂਦਾ, ਉਹਦੇ ਵਿੱਚ ਹੀ ਹੋਰ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਜਕੜਨਾਵਾਂ ਜਿਹੜੀਆਂ ਆ ਜਾਂਦੀਆਂ, ਜਿਹਦੇ ਵਿੱਚ ਆਪਾਂ ਜਕੜੇ ਜਾਂਦੇ ਹਾਂ, ਜਿਹਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਗੁਲਾਮੀ ਵੱਲ ਵੱਧ ਜਾਂਦੇ ਹਾਂ ਜਦੋਂ ਅਸੀਂ ਕੈਟੇਗਰੀਜ਼ ਦੇ ਵਿੱਚ ਆ ਜਾਂਦੇ ਹਾਂ। ਸੋ ਗੁਰੂ ਨਾਨਕ ਦਾ ਜਿਹੜਾ ਸਿੱਖ ਫਲਸਫਾ ਹੈ, ਗੁਰੂ ਨਾਨਕ ਦੀ ਜਿਹੜੀ ਸਿੱਖ ਲਹਿਰ ਹੈ, ਉਹਦਾ ਕਿਸੇ ਤਰ੍ਹਾਂ ਦੀ ਵੀ ਕੈਟੇਗਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਤੁਸੀਂ ਉੱਚੇ ਨੀਚੇ ਦੇ ਕੈਟੇਗਰੀ ਵਿੱਚ ਨਹੀਂ ਬਣ ਸਕਦੇ, ਤੁਸੀਂ ਗੋਰੇ ਕਾਲੇ ਦੀ ਕੈਟੇਗਰੀ 'ਚ ਨਹੀਂ ਬੱਝ ਸਕਦੇ, ਤੁਸੀਂ ਆਦਮੀ ਔਰਤ ਦੀ ਕੈਟੇਗਰੀ 'ਚ ਨਹੀਂ ਬੱਝ ਸਕਦੇ, ਤੁਸੀਂ ਕਿਸੇ ਤਰ੍ਹਾਂ ਦੀ ਕੈਟੇਗਰੀ 'ਚ ਨਹੀਂ ਬੱਝ ਸਕਦੇ। ਇਹ ਗੁਰੂ ਨਾਨਕ ਦਾ ਜੋ ਸਿੱਖ ਪੰਥ ਹੈ ਉਸ ਦੀ ਪਹਿਲੀ ਅਤੇ ਬੁਨਿਆਦੀ ਨੀਹਾਂ ਦੇ ਵਿੱਚੋਂ ਇੱਕ ਹੈ, ਉਹਨਾਂ ਦੇ ਟੀਚਿਆਂ ਦੇ ਵਿੱਚੋਂ ਇੱਕ ਹੈ। ਔਰ ਤੀਸਰਾ ਜਿਹੜਾ ਟੀਚਾ ਸੀਗਾ ਉਹ ਸੀਗਾ ਕਿ ਪੰਥ ਨੂੰ ਰਾਜਸੀ, ਧਾਰਮਿਕ ਅਤੇ ਅਧਿਆਤਮਿਕ ਤੌਰ ਦੇ ਉੱਤੇ ਪਰਪੱਕ ਬਣਾਉਣਾ। ਹੁਣ ਇਹ ਇੰਪੋਰਟੈਂਟ ਹੈ ਕਿ ਇੱਕ ਐਸਾ ਪੰਥ, ਇੱਕ ਐਸੀ ਲਹਿਰ ਖੜੀ ਕਰਨੀ ਜਿਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਅਧਿਆਤਮਿਕ ਤੌਰ ਦੇ ਉੱਤੇ ਵੀ, ਧਾਰਮਿਕ ਤੌਰ ਦੇ ਉੱਤੇ ਵੀ ਅਤੇ ਰਾਜਸੀ ਤੌਰ ਦੇ ਉੱਤੇ ਵੀ ਬਿਲਕੁਲ ਪਰਪੱਕ ਹੋਣ। ਹੁਣ ਇਹਦੇ ਵਿੱਚ ਜਿਹੜਾ ਰਾਜਸੀ ਵਰਡ ਹੈ ਇਹ ਬੜਾ ਇੰਪੋਰਟੈਂਟ ਹੈ, ਕਿਉਂਕਿ ਰਾਜਸੀ ਹਰ ਇੱਕ ਬੰਦਾ ਰਾਜਸੀ
ਜਿਹੜੀ ਟੀਚਿਆਂ ਵੱਲ ਨਹੀਂ ਵੱਧ ਸਕਦਾ। ਅੱਜ ਵੀ ਜੇ ਆਪਾਂ ਅੱਜ ਦੇ ਜ਼ਮਾਨੇ ਵਿੱਚ ਵੀ ਵੇਖ ਲਈਏ ਤਾਂ ਬਹੁਤਾਤ ਦੇ ਵਿੱਚ ਲੋਕ ਐਸੇ ਨੇ ਜਿਹੜੇ ਬਾਰ-ਬਾਰ ਇਹ ਕਹਿੰਦੇ ਮੈਂ ਤਾਂ ਜੀ ਪੋਲੀਟਿਕਸ ਤੋਂ ਦੂਰ ਰਹਿਣਾ। ਤੁਸੀਂ ਆਪਣੇ 'ਚੋਂ ਕਿਸੇ ਨੂੰ ਅਗਰ ਆਪਣੇ ਆਪ ਨੂੰ ਪੁੱਛ ਕੇ ਦੇਖੀਏ ਕਿ ਸਾਡੇ 'ਚੋਂ ਕਿੰਨੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਰਾਜ ਭਾਗ ਦੇ ਅਹੁਦੇਦਾਰ ਹੈਗੇ ਹਾਂ, ਸਾਡਾ ਜਾਂ ਫਿਰ ਦਾਅਵੇਦਾਰ ਹੈਗੇ ਹਾਂ, ਅਹੁਦਾ ਛੱਡ ਦਿਓ, ਦਾਅਵੇਦਾਰ ਹੈਗੇ ਹਾਂ ਅਸੀਂ। ਕਿੰਨੇ ਲੋਕ ਆ ਸਾਡੇ 'ਚੋਂ ਜੋ ਇਹ ਕਹਿੰਦੇ ਨੇ ਕਿ ਮੈਂ ਵੀ ਰਾਜ ਭਾਗ ਮਾਨਣ ਦੇ ਲਈ ਪੈਦਾ ਹੋਇਆ ਜਾਂ ਹੋਈ ਹਾਂ। ਉਹ ਇਸ ਕਰਕੇ ਸਾਡੇ ਵਿੱਚੋਂ ਖੁੰਝਦਾ ਗਿਆ ਕਿਉਂਕਿ ਅਸੀਂ ਸਿੱਖ ਪੰਥ ਜਿਹੜੀ ਉਹ ਗੁਰੂ ਨਾਨਕ ਨੇ ਇੱਕ ਸਿੱਖ ਲਹਿਰ ਖੜੀ ਕੀਤੀ ਸੀ, ਅਸੀਂ ਉਸ ਤੋਂ ਮੁਨਕਰ ਹੁੰਦੇ ਗਏ ਔਰ ਇਸ ਕਰਕੇ ਅਸੀਂ ਫਿਰ ਉਸੇ ਗੁਲਾਮੀ ਵੱਲ ਵੱਧਦੇ ਗਏ। ਗੁਲਾਮੀ ਕਿਸੇ ਇੱਕ ਬੰਦੇ ਜਾਂ ਕਿਸੇ ਇੱਕ ਸੋਚ ਦੀ ਨਹੀਂ ਹੁੰਦੀ, ਗੁਲਾਮੀ ਸਾਡੀ ਆਪਣੀ ਸੋਚ ਦੀ ਹੁੰਦੀ ਹੈ। ਗੁਰੂ ਨਾਨਕ ਨੇ ਉਸੇ ਹੀ ਸੋਚ ਦੇ ਵਿੱਚੋਂ ਕੱਢ ਕੇ ਜਿਹੜੀ ਸਿੱਖ ਪੰਥ ਖੜਾ ਕੀਤਾ ਉਹਦੀ ਨੀਂਹ ਰੱਖੀ ਸੀਗੀ ਕਿ ਉਹ ਹਰ ਤਰੀਕੇ ਦੇ ਨਾਲ ਰਾਜਸੀ, ਅਧਿਆਤਮਕ ਅਤੇ ਧਾਰਮਿਕ ਪਰਪੱਕਤਾ ਵੱਲ ਵਧੂਗਾ। ਹੁਣ ਜਦੋਂ ਕਿਸੇ ਐਸੀ ਲਹਿਰ ਨੂੰ ਖੜਾ ਕਰਨਾ ਹੁੰਦਾ ਤਾਂ ਉਸ ਲਹਿਰ ਦੇ ਵਾਸਤੇ ਮਰਿਆਦਾਵਾਂ ਦਾ ਮੁਲਾਂਕਣ ਹੋਣਾ, ਮਰਿਆਦਾਵਾਂ ਦਾ ਇੱਕ ਇਸਟੈਬਲਿਸ਼ ਹੋਣਾ ਬੜਾ ਜ਼ਰੂਰੀ ਹੋ ਜਾਂਦਾ। ਕਿਉਂਕਿ ਅਗਰ ਮਰਿਆਦਾਵਾਂ ਨਾ ਹੋਣਗੀਆਂ, ਨਿਯਮ ਨਾ ਹੋਣਗੇ ਤਾਂ ਫਿਰ ਕੌਣ ਕੀ ਕਿਵੇਂ ਕਰ ਰਿਹਾ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਸਕੂਲ ਦੇ ਵਿੱਚ ਕਿੰਨੇ ਬੱਚੇ ਹੈ, ਕੀ ਕਰ ਰਹੇ ਆ, ਉਹ ਕੋਈ ਪਤਾ ਨਹੀਂ ਲੱਗੂਗਾ ਫਿਰ, ਹੈ ਨਾ। ਤਾਂ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਾਨੂੰ ਨਿਯਮਬੱਧ ਰੂਪ ਦੇ ਵਿੱਚ ਸਾਨੂੰ ਮਰਿਆਦਾਵਾਂ ਜਿਹੜੀਆਂ ਨੇ ਉਹ ਆਪ ਦਿੱਤੀਆਂ ਨੇ ਔਰ ਬਕਾਇਦਾ ਹੁਕਮ ਹੈ ਨਾ ਸਾਨੂੰ ਕਿ ਜਿਹੜਾ ਵੀ ਸਿੱਖ ਜਿਹੜਾ ਹੈ ਉਹ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ ਉਹੀ ਸਿੱਖ ਸਖਾ ਬੰਦਪ ਹੈ ਭਾਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜੋ ਜਿਹੜਾ ਸਿੱਖ ਹੈ ਉਹ ਗੁਰੂ ਦੇ ਭਾਣੇ ਵਿੱਚ ਰਹੇ ਉਹੀ ਸਿੱਖ ਸਖਾ ਬੰਦਪ ਹੈ ਭਾਈ। ਹਰ ਕੋਈ ਬੰਦਾ ਸਿੱਖ ਨਹੀਂ ਹੈ। ਹੁਣ ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਹਰ ਇੱਕ ਜਿਹਨੇ ਪੱਗ ਬੰਨੀ ਆ ਅਸੀਂ ਉਹਨੂੰ ਸਿੱਖ ਸਮਝ ਲੈਂਦੇ ਹਾਂ, ਸਾਨੂੰ ਲੱਗਦਾ ਇਹ ਵੀ ਸਿੱਖ ਹੈ। ਪਿਛਲਾ ਜਿਹੜਾ ਐਪੀਸੋਡ ਆ ਉਹ ਸੁਣਨ ਤੋਂ ਬਾਅਦ ਮੈਨੂੰ ਮੇਰੇ ਨਾਲ ਅਕਸਰ ਹੀ ਜਦੋਂ ਮਹਿੰਦਰ ਸਿੰਘ ਖਹਿਰਾ ਹੋਣਾ ਦਾ ਫੋਨ ਆਉਂਦਾ ਹੁੰਦਾ ਤਾਂ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ ਔਰ ਇਹ ਐਗਜ਼ਾਮਪਲ ਮੈਂ ਇੱਥੇ ਫਿਰ ਕੋਟ ਕਰਨਾ ਚਾਹੂੰਗੀ। ਉਹ ਐਗਜ਼ਾਮਪਲ ਇਹ ਸੀਗੀ ਕਿ ਹੁਣ ਨਰਿੰਦਰ ਮੋਦੀ ਹੈ ਤਾਂ ਉਹਨਾਂ ਨੂੰ ਵੀ ਜਦੋਂ ਉਹ ਪੰਜਾਬ ਜਾਂਦੇ ਨੇ ਅਤੇ ਉਹਨਾਂ ਨੂੰ ਬਕਾਇਦਾ ਪੱਗ ਬੰਨ੍ਹ ਕੇ ਦਿੱਤੀ ਗਈ ਸੀ ਤਾਂ ਕਿਆ ਉਹ ਸਿੱਖ ਹੋ ਗਏ? ਅਮਿਤ ਸ਼ਾਹ ਨੂੰ ਬਕਾਇਦਾ ਹਜ਼ੂਰ ਸਾਹਿਬ ਵਾਲਿਆਂ ਨੇ ਇੱਕ ਪੋਸ਼ਾਕ ਵੀ ਪਵਾ ਦਿੱਤੀ ਔਰ ਬਕਾਇਦਾ ਪੱਗ ਵੀ ਬੰਨ੍ਹ ਦਿੱਤੀ ਤਾਂ ਕਿਆ ਉਹ ਸਿੱਖ ਹੋ ਗਏ? ਸੋ ਜਿਹੜੀ ਸਿੱਖ ਹੈ, ਜਿਹੜਾ ਸਿੱਖ ਸਿਰਫ ਇੱਕ ਜਿਹੜਾ ਬੰਦਾ ਪੱਗ ਬੰਨ੍ਹ ਰਿਹਾ ਉਹ ਸਿੱਖ ਨਹੀਂ ਹੋ ਜਾਂਦਾ। ਸਿੱਖ ਹੋਣ ਦੇ ਲਈ ਸਿੱਖੀ ਨਿਯਮ, ਸਿੱਖੀ ਮਰਿਆਦਾਵਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਜੋ ਕਿ ਮਰਿਆਦਾਵਾਂ ਗੁਰੂ ਨਾਨਕ ਨੇ ਸਾਨੂੰ ਦਿੱਤੀਆਂ ਨੇ। ਜਦੋਂ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ, ਉਹਨਾਂ ਦੀਆਂ ਮਰਿਆਦਾਵਾਂ ਜੋ ਨਿਰਧਾਰਿਤ ਕੀਤੀਆਂ ਉਹਦੇ ਤੋਂ ਮੁਨਕਰ ਹੋ ਕੇ ਅਤੇ ਜੇ ਅਸੀਂ ਪੱਗ ਬੰਨ੍ਹਦੇ ਹਾਂ ਜਾਂ ਕਿਸੇ ਤਰੀਕੇ ਨਾਲ ਵੀ ਅਸੀਂ ਆਪਣੇ ਨੂੰ ਸਿੱਖ ਕਹਿੰਦੇ ਹਾਂ ਤਾਂ ਅਸੀਂ ਗਲਤ ਹਾਂ, ਅਸੀਂ ਸਿੱਖ ਨਹੀਂ ਹੋ ਜਾਂਦੇ। ਸਿੱਖ ਉਦੋਂ ਹੀ ਹੋਊਗਾ, ਸਿੱਖੀ ਦਾ ਦਰਵਾਜ਼ਾ ਹਰ ਬੰਦੇ ਲਈ ਖੁੱਲ੍ਹਾ ਹੈ ਪਰ ਉਸ ਦੇ ਅੰਦਰ ਆਉਣ ਦੇ ਲਈ, ਇੱਕ ਐਡਮਿਸ਼ਨ ਲੈਣ ਦੇ ਲਈ ਸਾਨੂੰ ਗੁਰੂ ਨਾਨਕ ਦੀਆਂ ਨਿਰਧਾਰਿਤ ਕੀਤੀਆਂ ਹੋਈਆਂ ਮਰਿਆਦਾਵਾਂ ਦੇ ਅਕੋਰਡਿੰਗ ਹੀ ਚੱਲਣਾ ਪਊਗਾ। ਜੇ ਅਸੀਂ ਚੱਲ ਸਕਦੇ ਹਾਂ ਅਸੀਂ ਸਿੱਖ ਹੋ ਜਾਂਦੇ ਹਾਂ, ਜੇ ਅਸੀਂ ਨਹੀਂ ਚੱਲਦੇ ਤਾਂ ਅਸੀਂ ਸਿੱਖ ਨਹੀਂ ਹੁੰਦੇ। ਇਹ ਗੱਲ ਸਾਨੂੰ ਸਮਝਣੀ ਪਊਗੀ। ਹੁਣ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਪੱਗ ਦੇ ਨਾਲ, ਸੋ ਬਿਨਾਂ ਪੱਗ ਦੇ ਵੀ ਸਿੱਖੀ ਨਹੀਂ ਹੈ ਅਤੇ ਸਿਰਫ ਪੱਗ ਦੇ ਵਿੱਚ ਵੀ ਸਿੱਖੀ ਨਹੀਂ ਹੈ। ਮਤਲਬ ਜਿਹੜਾ ਸਿਰਫ ਇੱਕ ਬਾਣਾ ਹੈ ਉਹਦੇ ਵਿੱਚ ਵੀ ਸਿੱਖੀ ਨਹੀਂ ਹੈ ਕਿ ਇੱਕ ਬੰਦੇ ਨੇ ਸਿਰਫ ਬਾਣਾ ਧਾਰਨ ਕੀਤਾ ਪਰ ਉਹ ਸਿੱਖੀ ਕਦਰਾਂ ਕੀਮਤਾਂ, ਸਿੱਖੀ ਕਿਰਦਾਰ ਤੋਂ ਕੋਸਾਂ ਦੂਰ ਹੈ ਤਾਂ ਉਹ ਸਿੱਖ ਨਹੀਂ ਹੁੰਦਾ। ਪਰ ਇੱਕ ਬੰਦਾ ਜਿਹੜਾ ਕਦਰਾਂ ਕੀਮਤਾਂ ਤਾਂ ਕਹਿੰਦਾ ਕਿ ਮੈਂ ਕਦਰਾਂ ਕੀਮਤਾਂ ਦੇ ਨਾਲ ਚੱਲ ਰਿਹਾ ਹਾਂ ਪਰ ਉਹ ਸਿੱਖੀ ਬਾਣੇ ਤੋਂ ਦੂਰ ਹੈ ਤਾਂ ਉਹ ਵੀ ਸਿੱਖ ਨਹੀਂ ਹੋ ਸਕਦਾ ਕਿਉਂਕਿ ਇਹ ਬਾਣਾ ਵੀ ਸਾਨੂੰ ਗੁਰੂ ਦੇ ਹੁਕਮ ਨਾਲ ਹੈ, ਇਹ ਬਾਣਾ ਵੀ ਸਾਨੂੰ ਗੁਰੂ ਨੇ ਹੁਕਮ ਦੇ ਕੇ ਹੀ ਕੀਤਾ। ਸੋ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਚੱਲਣਗੀਆਂ। ਇਸੇ ਕਰਕੇ ਜਦੋਂ ਅਸੀਂ ਕਿਰਦਾਰੇ ਖਾਲਸਾ ਦੀ ਗੱਲ ਕਰਾਂਗੇ ਤਾਂ ਅਸੀਂ ਸੰਪੂਰਨਤਾ ਦੀ ਗੱਲ ਕਰਾਂਗੇ। ਉਦੋਂ ਇੱਦਾਂ ਨਹੀਂ ਹੋਊਗਾ ਕਿ ਅੰਦਰ ਮੇਰੇ ਸਿੱਖੀ ਆ ਬਾਹਰ ਨਹੀਂ ਹੈ ਜਾਂ ਬਾਹਰ ਮੇਰੇ ਸਿੱਖੀ ਹੈ ਅਤੇ ਅੰਦਰ ਨਹੀਂ ਹੈ, ਇੱਦਾਂ ਨਹੀਂ ਹੋਊਗਾ। ਉਦੋਂ ਅੰਦਰ ਬਾਹਰ ਸਿੱਖੀ ਦਾ ਹੀ ਪਸਾਰਾ ਹੋਊਗਾ। ਫਿਰ ਅਸੀਂ ਉਸ ਕਿਰਦਾਰੇ ਖਾਲਸਾ ਵੱਲ ਵਧਾਂਗੇ। ਉਹਨਾਂ 18ਵੀਂ ਸਦੀ ਦੇ ਸਿੰਘਾਂ ਦੀ ਜੋ ਉਹਨਾਂ ਦਾ ਜੋਸ਼ ਸੀ, ਜੋ ਉਹਨਾਂ ਦਾ ਜਜ਼ਬਾ ਸੀ, ਫਿਰ ਆਪਾਂ ਉਹਨਾਂ ਵਰਗੇ ਹੋ ਸਕਦੇ ਹਾਂ ਜਾਂ ਉਹਨਾਂ ਦੇ ਪਰਛਾਵੇਂ ਵਰਗੇ ਅਸੀਂ ਸ਼ਾਇਦ ਹੋ ਸਕਦੇ ਹਾਂ। ਉਸ ਤੋਂ ਬਿਨਾਂ ਅਸੀਂ ਨਹੀਂ ਹੋ ਸਕਦੇ ਔਰ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਰੂ ਪਾਤਸ਼ਾਹ ਦਾ ਜਿਹੜੇ ਨਿਯਮ ਨੇ ਉਹ ਪਹਿਚਾਣੀਏ।
ਪਿਛਲੇ ਐਪੀਸੋਡ ਦੇ ਵਿੱਚ ਜਿੱਥੇ ਮੈਂ ਗੱਲ ਛੱਡੀ ਸੀ ਉਹ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ, ਜੋ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੀ ਕੇ ਸਾਨੂੰ ਨਿਯਮ ਦਿੱਤੇ ਨੇ। ਉਹ ਨਿਯਮ ਕਿਹੜੇ ਨੇ ਉਹਦੇ ਬਾਰੇ ਅਸੀਂ ਗੱਲ ਕੀਤੀ ਸੀ। ਹੁਣ ਉਸੇ ਹੀ ਨਿਯਮ ਦੇ ਵਿੱਚ ਮੈਂ ਇਹ ਗੱਲ ਕੀਤੀ ਸੀਗੀ ਕਿ ਜੋ ਉਹਨਾਂ ਨੇ 4 ਮੁੱਖ ਗੱਲਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੀ ਕੇ ਸਾਨੂੰ ਸਮਝਾਈਆਂ, ਉਹ ਸੀਗੀਆਂ ਇੱਕ ਤਾਂ ਹੁਕਮ ਮੰਨਣਾ, ਦੂਸਰਾ ਜਿਹੜੇ ਮੱਲ ਅਖਾੜੇ, ਪਾਠਸ਼ਾਲਾਵਾਂ ਔਰ ਗੁਰਮੁਖੀ ਲਿਪੀ। ਇਹ 4 ਚੀਜ਼ਾਂ ਸੀ। ਹੁਣ ਇਹਦੇ ਵਿੱਚ ਹੁਕਮ, ਪਾਠਸ਼ਾਲਾ ਔਰ ਮੱਲ ਅਖਾੜਿਆਂ ਦੀ ਗੱਲ ਆਪਾਂ ਕਰ ਚੁੱਕੇ। ਪਿਛਲੀ ਵਾਰੀ ਮੈਂ ਗੱਲ ਇੱਥੇ ਛੱਡੀ ਸੀਗੀ ਕਿ ਆਪਾਂ ਗੁਰਮੁਖੀ ਲਿਪੀ ਬਾਰੇ ਹੁਣ ਆਪਾਂ ਗੱਲ ਸ਼ੁਰੂ ਕਰਨੀ ਹੈ। ਤਾਂ ਉਸ ਤੋਂ ਪਹਿਲਾਂ ਮੈਂ ਇਹ ਗੱਲ ਕੀਤੀ ਸੀਗੀ ਕਿ ਜਿਹੜੀ ਗੁਰਮੁਖੀ ਲਿਪੀ ਦੀ ਜਦੋਂ ਅਸੀਂ ਗੱਲ ਕਰਾਂਗੇ, ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀਗੀ ਕਿ 2 ਐਪੀਸੋਡ ਲੱਗਣਗੇ। ਤਾਂ ਉਹ ਗੁਰਮੁਖੀ ਲਿਪੀ ਨੂੰ ਸਮਝਣ ਦੇ ਲਈ ਪਹਿਲਾਂ ਤਾਂ ਇਹ ਜ਼ਰੂਰੀ ਹੈ ਸਮਝ ਲੈਣਾ ਕਿ ਭਾਸ਼ਾ ਹੈ ਕੀ, ਭਾਸ਼ਾ ਕਿਉਂ ਜ਼ਰੂਰੀ ਹੈ, ਅਤੇ ਕਿਆ ਵਾਕਈ ਭਾਸ਼ਾਵਾਂ ਮਰ ਜਾਇਆ ਕਰਦੀਆਂ ਨੇ। ਇਹ ਕੁਛ ਕੁ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸਮਝਣੀਆਂ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਾਂਗੇ ਕਿ ਭਾਸ਼ਾ ਹੈ ਕੀ, ਤਾਂ ਭਾਸ਼ਾ ਦੇ ਬਾਰੇ ਗੱਲ ਕਰਨ ਲੱਗਿਆਂ ਇਹ ਦੇਖਣਾ ਪਊਗਾ ਸਿਰਫ ਭਾਸ਼ਾ ਇੰਨੀ ਕੀ ਨਹੀਂ ਹੁੰਦੀ ਕਿ ਭਾਸ਼ਾ ਦਾ ਮਤਲਬ ਹੈ ਕਿ ਅਸੀਂ ਆਪਣੀ ਜਿਹੜੀ ਜੋ ਸਾਡੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਮਿਊਨੀਕੇਟ ਕਰ ਪਾਈਏ, ਸਿਰਫ ਇੰਨਾ ਕੀ ਭਾਸ਼ਾ ਦੀ ਗੱਲ ਨਹੀਂ ਹੁੰਦੀ। ਜੇ ਸਿਰਫ ਇੰਨੀ ਕੀ ਗੱਲ ਹੋਵੇ ਤਾਂ ਜਦੋਂ ਅਗਰ ਮੰਨ ਲਓ ਕਿ ਮੇਰੇ ਕੋਲ ਆਵਾਜ਼ ਨਾ ਹੋਵੇ, ਜਿਨ੍ਹਾਂ ਲੋਕਾਂ ਕੋਲ ਬੋਲੀ ਨਹੀਂ ਹੁੰਦੀ, ਆਵਾਜ਼ ਨਹੀਂ ਹੁੰਦੀ, ਜੋ ਜਿਨ੍ਹਾਂ ਨੂੰ ਆਪਾਂ ਗੂੰਗੇ ਕਹਿ ਦਿੰਦੇ ਹਾਂ, ਉਹ ਹੁੰਦੇ, ਉਹ ਵੀ ਆਪਣੇ ਆਪ ਨੂੰ ਆਪਣੀਆਂ ਕੁਛ ਸਾਈਨ ਲੈਂਗੁਏਜ ਦੇ ਨਾਲ ਆਪਣੀ ਗੱਲ ਕਹਿ ਦਿੰਦੇ ਨੇ। ਸਿਰਫ ਇੰਨਾ ਕੀ ਇਸ ਕਰਕੇ ਮਹੱਤਵ ਨਹੀਂ ਹੈ ਭਾਸ਼ਾ ਦਾ ਕਿ ਆਪਣੀਆਂ ਫੀਲਿੰਗਸ, ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰ ਦੇਣਾ। ਤਾਂ ਇਹਦੇ ਵਾਸਤੇ ਭਾਸ਼ਾ ਆਪਣੇ ਆਪ ਦੇ ਵਿੱਚ ਇੱਕ ਪੂਰਾ ਇੰਸਟੀਟਿਊਟ ਹੋਇਆ ਕਰਦੀ ਹੈ। ਕਿਸੇ ਦੀ ਵੀ ਭਾਸ਼ਾ ਹੋਵੇ, ਉਸ ਦੇ ਵਿੱਚ ਉਸ ਖਿੱਤੇ ਦੇ ਜਾਂ ਉਹਨਾਂ ਲੋਕਾਂ ਦੀ, ਜਿਨ੍ਹਾਂ ਲੋਕਾਂ ਦੀ ਉਹ ਭਾਸ਼ਾ ਹੈ, ਉਹਨਾਂ ਲੋਕਾਂ ਦੇ ਟ੍ਰੈਡੀਸ਼ਨਸ ਕੀ ਨੇ, ਉਹਨਾਂ ਦਾ ਕਲਚਰ ਕੀ ਹੈ, ਉਹਨਾਂ ਦਾ ਰਿਲੀਜਨ ਕੀ ਹੈ, ਉਹਨਾਂ ਦੇ ਬਿਲੀਫ ਕੀ ਨੇ, ਹਰ ਇੱਕ ਚੀਜ਼ ਜਿਹੜੀ ਹੈ ਉਹ ਭਾਸ਼ਾ ਦੇ ਵਿੱਚ ਹੁੰਦੀ ਹੈ। ਭਾਸ਼ਾ ਸਿਰਫ ਇਕਲੌਤੇ ਜਾਂ ਇੱਕ ਬੰਦੇ ਜਾਂ ਔਰਤ ਦੀਆਂ ਹੀ ਭਾਵਨਾਵਾਂ ਨੂੰ ਵਿਅਕਤ ਨਹੀਂ ਕਰਦੀ, ਉਹ ਪੂਰੀ ਦੀ ਪੂਰੀ ਜੋ ਕਮਿਊਨਿਟੀ ਹੈ ਉਸ ਦੀਆਂ ਜੋ ਕਲੈਕਟਿਵ ਮੈਮੋਰੀਜ਼ ਨੇ, ਜੋ ਕਲੈਕਟਿਵ ਭਾਵਨਾਵਾਂ ਨੇ, ਉਹਨਾਂ ਨੂੰ ਵੀ ਵਿਅਕਤ ਕਰਦੀ ਹੈ। ਔਰ ਭਾਸ਼ਾ ਦੇ ਨਾਲ ਹੀ ਜਿਹੜੀ ਕਲੈਕਟਿਵ ਹਿਸਟਰੀ ਹੈ ਉਹ ਅੱਗੇ ਚੱਲਦੀ ਹੈ। ਕਲੈਕਟਿਵ ਹਿਸਟਰੀ ਦਾ ਮਤਲਬ ਕੀ ਹੈ ਕਿ ਇੱਕ ਕਮਿਊਨਿਟੀ ਦੀ ਇੱਕ ਹਿਸਟਰੀ ਹੈ। ਹੁਣ ਉਹ ਹਿਸਟਰੀ ਕਈ ਸਾਲ ਰਹਿਣੀ ਚਾਹੀਦੀ ਆ। ਕਈ ਹਿਸਟਰੀਜ਼ ਜਿਹੜੀਆਂ ਉਹ 500 ਸਾਲ, ਜਿੱਦਾਂ ਹੁਣ ਸਿੱਖੀ ਦੀ ਹਿਸਟਰੀ 500 ਸਾਲ ਪੁਰਾਣੀ, ਉਸ ਤੋਂ ਕੁਛ ਹੋਰ ਹਿਸਟਰੀਜ਼ ਆ ਜਿਹੜੀਆਂ ਉਸ ਤੋਂ ਵੀ ਕਈ ਸਾਲ ਪੁਰਾਣੀਆਂ ਨੇ। ਉਹ ਹਿਸਟਰੀਜ਼ ਇੰਨੇ ਸਾਲ ਜੀ ਕਿੱਦਾਂ ਜਾਂਦੀਆਂ ਨੇ, ਉਹ ਭਾਸ਼ਾ ਨਾਲ ਜੀ ਜਾਂਦੀਆਂ ਨੇ। ਜਦੋਂ ਤੱਕ ਭਾਸ਼ਾ ਰਹਿੰਦੀ ਹੈ ਉਹਦੀ ਹਿਸਟਰੀ ਵੀ ਰਹਿੰਦੀ ਹੈ, ਕਿਉਂਕਿ ਜਿੱਥੇ ਜਾ ਕੇ ਉਸ ਕਮਿਊਨਿਟੀ ਦੇ ਲੋਕਾਂ ਦੀ, ਮੰਨ ਲਓ ਕਿ ਕਿਸੇ ਇੱਕ ਕਮਿਊਨਿਟੀ, ਪੰਜਾਬੀ ਕਮਿਊਨਿਟੀ ਦੀ ਹੀ ਗੱਲ ਕਰ ਲਈਏ ਆਪਾਂ, ਸਿੱਖ ਕਮਿਊਨਿਟੀ ਦੀ ਗੱਲ ਕਰ ਲਈਏ, ਮੰਨ ਲਓ ਕਿ ਸਾਡੇ ਕੋਲ ਸਾਡੀ ਭਾਸ਼ਾ ਹੀ ਨਾ ਹੋਵੇ, ਤਾਂ ਬਹੁਤ ਸਾਰੀ ਐਸੀਆਂ ਚੀਜ਼ਾਂ, ਔਰ ਉਹ ਇਹਦੇ ਬਾਰੇ ਇਹ ਪ੍ਰੈਕਟੀਕਲ ਚੀਜ਼ ਹੈ, ਤੁਸੀਂ ਸਾਰੇ ਮੇਰੇ ਨਾਲ ਇਹਦੇ ਨਾਲ ਅਗਰੀ ਕਰੋਗੇ। ਸਾਡਾ ਬਹੁਤ ਸਾਰਾ ਇਤਿਹਾਸ ਜੋ ਹੈ ਉਹ ਪਰਸ਼ੀਅਨ ਭਾਸ਼ਾ ਦੇ ਵਿੱਚ ਵੀ ਲਿਖਿਆ ਗਿਆ, ਉਰਦੂ ਭਾਸ਼ਾ ਦੇ ਵਿੱਚ ਵੀ ਲਿਖਿਆ ਗਿਆ, ਕਿਉਂਕਿ ਸਾਡਾ ਇਤਿਹਾਸ ਅਸੀਂ ਆਪ ਘੱਟ ਲਿਖਿਆ, ਲੋਕਾਂ ਨੇ ਬਹੁਤਾ ਲਿਖਿਆ। ਤਾਂ ਜਿਹੜੇ ਪਰਸ਼ੀਅਨ ਜਿਹੜੇ ਸੋਰਸਿਸ ਹੈ, ਕਿਉਂਕਿ ਅਸੀਂ ਹੁਣ ਪਰਸ਼ੀਅਨ ਪੜ੍ਹਦੇ ਨਹੀਂ, ਅਸੀਂ ਹੁਣ ਪਰਸ਼ੀਅਨ ਬੋਲਦੇ ਨਹੀਂ, ਇਸ ਕਰਕੇ ਜਿਹੜੇ ਉਹ ਪਰਸ਼ੀਅਨ ਸੋਰਸਿਸ ਹੈ ਉਹ ਸਾਡੇ ਤੋਂ ਕਿਤੇ ਨਾ ਕਿਤੇ ਦੂਰ ਹੋ ਗਏ। ਡਾਕਟਰ ਗੰਡਾ ਸਿੰਘ ਹੋਣਾ ਨੇ ਜਿਹੜੀ ਉਹਨਾਂ ਦੀਆਂ ਟਰਾਂਸਲੇਸ਼ਨਸ ਕੀਤੀਆਂ, ਆਪਾਂ ਬਹੁਤੇ ਲੋਕ ਜਿਹੜੇ ਪੜ੍ਹਨਾ ਚਾਹੁੰਦੇ ਆ ਉਹ ਉਹਨਾਂ ਟਰਾਂਸਲੇਸ਼ਨਸ ਨੂੰ ਹੀ ਹੱਥ 'ਚ ਲੈਂਦੇ ਆ। ਅਦਰਵਾਈਜ਼ ਅਸੀਂ ਉਹ ਪਰਸ਼ੀਅਨ ਸੋਰਸਿਸ ਵੱਲ ਨਹੀਂ ਜਾ ਪਾਉਂਦੇ, ਕਿਉਂਕਿ ਅਸੀਂ ਪਰਸ਼ੀਅਨ ਪੜ੍ਹੀ ਨਹੀਂ। ਸੋ ਸਾਡੇ ਲਈ ਸਾਡਾ ਹੀ ਇਤਿਹਾਸ ਥੋੜ੍ਹਾ ਜਿਹਾ ਦੂਰ ਹੋ ਗਿਆ। ਹੁਣ ਇਸੇ ਤਰੀਕੇ ਨਾਲ ਸੋਚੋ ਕਿ ਜੇ ਪੰਜਾਬੀ ਖਤਮ ਹੋ ਜੇ, ਜੇ ਸਾਡੇ ਕੋਲ ਪੰਜਾਬੀ ਵੀ ਨਾ ਰਹੇ, ਤਾਂ ਜੋ ਇਤਿਹਾਸ, ਜਿੰਨਾ ਲਿਟਰੇਚਰ ਹੁਣ ਤੱਕ ਪੰਜਾਬੀ 'ਚ ਲਿਖਿਆ ਗਿਆ, ਉਹ ਸਾਰਾ ਨਲ ਐਂਡ ਵੋਇਡ ਹੋ ਜਾਊਗਾ ਅਗਰ ਪੰਜਾਬੀ ਨੂੰ ਮੰਨ ਲਓ ਕਿ ਖਤਮ ਹੋ ਜੇ। ਸੋ ਭਾਸ਼ਾ ਦੇ ਨਾਲ ਚੱਲਦਾ ਹੁੰਦਾ ਉਹਦਾ ਲਿਟਰੇਚਰ, ਭਾਸ਼ਾ ਦੇ ਨਾਲ ਚੱਲਦਾ ਹੁੰਦਾ ਕਲਚਰ, ਟ੍ਰੈਡੀਸ਼ਨ, ਉਹਨਾਂ ਲੋਕਾਂ ਦੇ ਬਿਲੀਫ, ਉਹਨਾਂ ਲੋਕਾਂ ਦੀ ਆਈਡੈਂਟੀਟੀ, ਉਹ ਕੌਣ ਲੋਕ ਨੇ, ਇਹ ਸਾਰਾ ਕੁਛ ਉਹਨਾਂ ਦੀ ਭਾਸ਼ਾ ਦੇ ਵਿੱਚ ਕੋਡਡ ਹੁੰਦਾ ਆ। ਸੋ ਭਾਸ਼ਾ ਇਕੱਲੀ ਨਹੀਂ ਮਰਦੀ ਹੁੰਦੀ, ਭਾਸ਼ਾ ਦੇ ਨਾਲ ਕੌਮਾਂ ਮਰ ਜਾਇਆ ਕਰਦੀਆਂ। ਭਾਸ਼ਾ ਜਦੋਂ ਵੀ ਖਤਮ ਹੁੰਦੀ ਹੈ ਤਾਂ ਉਹ ਇਕਲੌਤੀ ਕਿਸੇ ਜ਼ੁਬਾਨ ਦਾ ਖਤਮ ਹੋ ਜਾਣਾ, ਭਾਸ਼ਾ ਦਾ ਖਤਮ ਹੋ ਜਾਣਾ ਨਹੀਂ ਹੁੰਦਾ। ਉਸ ਜ਼ੁਬਾਨ ਦੇ ਖਤਮ ਹੋਣ ਦੇ ਨਾਲ ਨਾਲ ਕਈ ਹੋਰ ਚੀਜ਼ਾਂ ਜੋ ਉਸ ਕਮਿਊਨਿਟੀ ਦਾ ਆਧਾਰ ਸੀਗੀਆਂ ਉਹ ਖਤਮ ਹੋ ਜਾਂਦੀਆਂ, ਔਰ ਜਦੋਂ ਉਹ ਖਤਮ ਹੋ ਜਾਂਦੀਆਂ ਤਾਂ ਫਿਰ ਅੱਗੇ ਉਸ ਕਮਿਊਨਿਟੀ ਦੇ ਪੱਲੇ ਕੁਛ ਰਹਿ ਨਹੀਂ ਜਾਂਦਾ। ਇਸ ਕਰਕੇ ਭਾਸ਼ਾ ਦਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਅਗਲਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਕਿਆ ਭਾਸ਼ਾ ਮਰ ਸਕਦੀ ਹੈ? ਕੈਨ ਲੈਂਗੁਏਜ ਡਾਈ? ਇਫ ਯੈਸ ਦੈਨ ਹਾਊ?
ਹੁਣ ਉਹਦੇ ਵਿੱਚ ਮੈਂ ਡੇਵਿਡ ਗ੍ਰੈਡੋਲ ਦੀ ਇੱਕ ਕੋਟ ਕਰਨਾ ਚਾਹੂੰਗੀ। ਉਹ ਇੱਕ ਲੈਂਗੁਏਜ ਰਿਸਰਚਰ ਨੇ। ਉਹਨਾਂ ਨੇ 2000 ਦੇ ਵਿੱਚ ਲਿਖਿਆ ਸੀ ਕਿ ਤਕਰੀਬਨ 7000 ਭਾਸ਼ਾਵਾਂ ਜਿਹੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਬੋਲੀਆਂ ਜਾਂਦੀਆਂ ਨੇ, ਔਰ ਉਹਨਾਂ 7000 ਭਾਸ਼ਾਵਾਂ ਦੇ ਵਿੱਚੋਂ 2050 ਆਉਂਦੇ ਜਦੋਂ 2050 ਆਊਗਾ, ਉਦੋਂ ਤੱਕ 90% ਭਾਸ਼ਾਵਾਂ ਖਤਮ ਹੋ ਜਾਣਗੀਆਂ, ਜਿਨ੍ਹਾਂ ਵਿੱਚੋਂ ਕਾਫੀ ਭਾਸ਼ਾਵਾਂ ਤਾਂ ਖਤਮ ਹੋ ਵੀ ਚੁੱਕੀਆਂ ਨੇ। ਅੱਜ ਦੀ ਡੇਟ ਦੇ ਵਿੱਚ ਵੀ ਕਈ ਭਾਸ਼ਾਵਾਂ ਖਤਮ ਹੋ ਚੁੱਕੀਆਂ ਨੇ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਲੈਂਗੁਏਜ ਮਰ ਜਾਇਆ ਕਰਦੀ ਹੈ, ਭਾਸ਼ਾ ਮਰ ਜਾਇਆ ਕਰਦੀ ਹੈ, ਤਾਂ ਇਹ ਕੋਈ ਅਤਕਥਨੀ ਨਹੀਂ ਹੈ ਜਾਂ ਇਹ ਕੋਈ ਪਹਿਲੀ ਵਾਰੀ ਦੀ ਗੱਲ ਨਹੀਂ ਹੈ। ਜਦੋਂ ਜਿਹੜੇ ਲੋਕ ਇਹ ਰੌਲਾ ਪਾਉਂਦੇ ਆ ਕਿ ਪੰਜਾਬੀ ਬਚਾਓ, ਪੰਜਾਬੀ ਬਚਾਓ, ਭਾਸ਼ਾ ਬਚਾਓ, ਗੁਰਮੁਖੀ ਬਚਾਓ, ਤਾਂ ਉਹ ਕਿਹੜੇ ਲੋਕ ਨੇ? ਉਹ ਪੰਜਾਬੀ ਭਾਸ਼ਾ ਬਚਾਉਣ ਵਾਲੇ ਲੋਕ ਕੋਈ ਪਾਗਲ ਨਹੀਂ ਆ, ਜਾਂ ਉਹ ਐਵੇਂ ਨਹੀਂ ਕਰੀ ਜਾ ਰਹੇ ਕਿ ਸ਼ਾਇਦ ਉਹ ਤੁਹਾਨੂੰ ਡਰਾਉਂਦੇ ਆ। ਨਹੀਂ, ਉਹ ਵਾਕਈ ਸੱਚ ਬੋਲ ਰਹੇ ਆ, ਕਿਉਂਕਿ ਭਾਸ਼ਾਵਾਂ ਦਾ ਮਰ ਜਾਣਾ ਕਿਤੇ ਕੋਈ ਅਤਕਥਨੀ ਜਾਂ ਝੂਠ ਨਹੀਂ ਹੈ। ਇਹ ਹੁੰਦੀਆਂ ਰਹੀਆਂ ਔਰ ਅੱਗੇ ਵੀ ਹੁੰਦੀਆਂ ਰਹਿਣਗੀਆਂ ਉਹਨਾਂ ਲੋਕਾਂ ਦੀਆਂ ਜਿਹੜੇ ਇਹਨਾਂ ਵੱਲ ਧਿਆਨ ਨਹੀਂ ਦਿੰਦੇ। ਇਹਦੇ ਵਿੱਚ ਹੀ ਇੱਕ ਗੱਲ ਆਉਂਦੀ ਹੈ ਕਿ ਮੈਂ ਐਜ਼ ਇਟ ਇਜ਼ ਕੋਟ ਕਰੂੰਗੀ। ਇੱਕ ਕਿਤਾਬ ਹੈ, ਉਹਦਾ ਨਾਮ ਹੈ ਜੀ ਵੈਨ ਲੈਂਗੁਏਜਿਸ ਡਾਈ, ਦ ਐਕਸਟਿੰਕਸ਼ਨ ਆਫ ਦ ਵਰਲਡਸ ਲੈਂਗੁਏਜਿਸ ਐਂਡ ਦ ਇਰੋਜ਼ਨ ਆਫ ਹਿਊਮਨ ਨੌਲੇਜ ਬਾਈ ਕੇ ਡੇਵਿਡ ਹੈਰਿਸਨ। ਆਕਸਫੋਰਡ ਯੂਨੀਵਰਸਿਟੀ ਪ੍ਰੈਸ 2007 ਦੇ ਵਿੱਚ ਇਹ ਕਿਤਾਬ ਪਬਲਿਸ਼ ਕਰਦੀ ਹੈ, ਔਰ ਇਹਦੇ ਵਿੱਚ ਉਹ ਲਿਖਦੇ ਨੇ ਕਿ ਲਾਸਟ ਸਪੀਕਰਸ ਆਫ ਪ੍ਰੋਬੇਬਲੀ ਹਾਫ ਆਫ ਦ ਵਰਲਡਸ ਲੈਂਗੁਏਜਿਸ ਆਰ ਅਲਾਈਵ ਟੂਡੇ। ਦੁਨੀਆ ਦੀਆਂ ਅੱਧੀਆਂ ਭਾਸ਼ਾਵਾਂ ਦੇ ਜਿਹੜੇ ਲਾਸਟ ਸਪੀਕਰਸ ਨੇ, ਮਤਲਬ ਜਿਨ੍ਹਾਂ ਦੇ ਮਰਨ ਤੋਂ ਬਾਅਦ ਉਹ ਭਾਸ਼ਾ ਕੋਈ ਨਹੀਂ ਬੋਲੂਗਾ, ਉਹ ਅੱਜ ਹੋ ਰਿਹਾ ਹੈ 2007 ਦੇ ਵਿੱਚ, ਕਿ ਜਿਹੜੇ ਲੋਕਾਂ ਦੀ ਜਿਹੜੀਆਂ ਕੁਛ ਦੁਨੀਆ 'ਚ ਬੋਲੀਆਂ ਜਾਣ ਵਾਲੀਆਂ 7000 ਦੇ ਵਿੱਚੋਂ ਤਕਰੀਬਨ ਅੱਧੀਆਂ ਭਾਸ਼ਾਵਾਂ ਐਸੀਆਂ ਨੇ ਜਿਨ੍ਹਾਂ ਦੇ ਲਾਸਟ ਸਪੀਕਰ ਇਸ ਟਾਈਮ 'ਤੇ ਜਿੰਦਾ ਨੇ। ਇਹਨਾਂ ਦੇ ਮਰਨ ਤੋਂ ਬਾਅਦ ਉਹ ਭਾਸ਼ਾਵਾਂ ਖਤਮ ਹੋ ਜਾਣਗੀਆਂ। ਹੁਣ ਉਹ ਕਹਿੰਦੇ ਨੇ ਐਜ਼ ਦੇ ਗਰੋ ਓਲਡ ਐਂਡ ਡਾਈ their voices will fall silent. Their children and grandchildren, by overwhelming majority, will either choose not to learn or will be deprived of the opportunity to learn the ancestral language. ਇਹ ਬੜੀ ਇੰਪੋਰਟੈਂਟ ਗੱਲ ਹੈ। ਉਹ ਕਹਿੰਦੇ ਜਦੋਂ ਉਹ ਖਤਮ ਹੋ ਜਾਣਗੇ, ਜਿਹੜੇ ਉਹਨਾਂ ਦੇ ਬੱਚੇ, ਉਹਨਾਂ ਦੇ ਗ੍ਰੈਂਡ ਚਿਲਡਰਨ ਆ, ਜਾਂ ਤਾਂ ਉਹ ਲੈਂਗੁਏਜ ਪੜ੍ਹ ਨਹੀਂ ਸਕਣਗੇ ਕਿਉਂਕਿ ਉਹਨਾਂ ਕੋਲ ਉਹ ਅਦਾਰੇ ਹੀ ਨਹੀਂ ਹੋਣਗੇ ਜਿਹੜੇ ਉਹਨਾਂ ਨੂੰ ਭਾਸ਼ਾ ਪੜ੍ਹਾਉਣ। ਹੁਣ ਇਸ ਚੀਜ਼ ਨੂੰ ਪੰਜਾਬ ਦੇ ਨਾਲ ਜ਼ਰਾ ਲਾ ਕੇ ਦੇਖਿਓ ਜੀ। ਪੰਜਾਬ ਦੇ ਵਿੱਚ ਪੰਜਾਬੀ ਅਧਿਆਪਕ ਦੀ ਜਿੰਨੀ ਦੁਰਗਤੀ ਹੈ ਓਨੀ ਹੋਰ ਕਿਸੇ ਦੀ ਨਹੀਂ ਆ। ਤੁਸੀਂ ਇੰਗਲਿਸ਼ ਟੀਚਰ ਹੋ, ਤੁਹਾਨੂੰ ਨੌਕਰੀ ਮਿਲ ਜਾਂਦੀ ਹੈ। ਤੁਸੀਂ ਇੱਥੋਂ ਤੱਕ ਕਿ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਵਿੱਚ ਵੀ ਪੰਜਾਬੀ ਦੇ ਜਿਹੜੇ ਟੀਚਰਸ ਨੇ ਉਹਨਾਂ ਦੀ ਬਹੁਤ ਦੁਰਗਤੀ ਆ। ਉਹ ਕਿਉਂ ਆ ਔਰ ਉਹਦੇ ਨਾਲ ਨੁਕਸਾਨ ਕੀ ਹੋਊਗਾ? ਕਿਉਂਕਿ ਪੰਜਾਬੀ ਜਦੋਂ ਕੋਈ MA ਪੰਜਾਬੀ ਕਰਕੇ ਉਹਨੂੰ ਅੱਗੇ ਨੌਕਰੀ ਹੀ ਨਹੀਂ ਮਿਲੂਗੀ ਤਾਂ ਉਹ ਆਪਣੇ ਆਪ ਹੀ ਪੰਜਾਬੀ ਤੋਂ ਦੂਰ ਹੁੰਦਾ ਜਾਊਗਾ। ਉਹਨੂੰ ਲੱਗੂਗਾ ਕਿ ਮੈਂ ਪੰਜਾਬੀ ਪੜ੍ਹ ਕੇ ਕੀ ਕਰਨਾ, ਪੰਜਾਬੀ ਨਾਲ ਮੈਨੂੰ ਅੱਗੇ ਨੌਕਰੀ ਨਹੀਂ ਮਿਲਣੀ, ਤਾਂ ਫਿਰ ਉਹ ਪੰਜਾਬੀ ਨੂੰ ਛੱਡਣਾ ਸ਼ੁਰੂ ਕਰ ਦੂਗਾ। ਕਿਉਂਕਿ ਸਭ ਤੋਂ ਪਹਿਲਾ ਸਵਾਲ ਤਾਂ ਪੇਟ ਦਾ ਸਵਾਲ ਹੈ ਨਾ। ਸਭ ਤੋਂ ਪਹਿਲਾਂ ਤਾਂ ਅਸੀਂ ਨੌਕਰੀ ਵੱਲ ਭੱਜਦੇ ਹਾਂ, ਤਾਂ ਉਹ ਪੰਜਾਬੀ ਨੂੰ ਛੱਡਣੀ ਸ਼ੁਰੂ ਕਰ ਦੇਣਗੇ। ਜਦੋਂ ਉਹ ਪੰਜਾਬੀ ਨੂੰ ਛੱਡਦੇ ਜਾਣਗੇ ਤਾਂ ਅੱਗੇ ਚੱਲਦੇ ਜਾਣਗੇ, ਤਾਂ ਫਿਰ ਉਹਨਾਂ ਦੇ ਬੱਚੇ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਹੀ ਮੱਤ ਦੇਣਗੇ ਵੀ ਪੰਜਾਬੀ ਪੜ੍ਹਨ ਦੀ ਲੋੜ ਨਹੀਂ। ਰਾਦਰ ਉਹ ਸਕੂਲ ਹੀ ਉਹ ਚੂਜ਼ ਕਰਨਗੇ ਜਿੱਥੇ ਪੰਜਾਬੀ ਹੋਵੇ ਨਾ ਹੋਵੇ, ਇੰਗਲਿਸ਼ ਹੋਵੇ, ਹਿੰਦੀ ਹੋਵੇ, ਕਿਉਂਕਿ ਜਿਹੜੀਆਂ ਭਾਸ਼ਾਵਾਂ ਨੇ ਅੱਗੇ ਨੌਕਰੀ ਦਿਵਾਉਣੀ ਉਹ ਹੋਣੀਆਂ ਜ਼ਰੂਰੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਇੱਕ ਤਰੀਕਾ ਹੁੰਦਾ ਆ ਕਿਸੇ ਵੀ ਭਾਸ਼ਾ ਨੂੰ ਖ਼ਤਮ ਕਰਨ ਦਾ, ਕਿ ਜਿਹੜੇ ਉੱਥੋਂ ਦੇ ਅਦਾਰੇ ਨੇ ਜੋ ਉਹਨਾਂ ਭਾਸ਼ਾਵਾਂ ਦੇ ਉੱਤੇ ਟਿਕੇ ਹੋਏ ਨੇ ਉਹਨਾਂ ਨੂੰ ਡਾਵਾਂਡੋਲ ਕਰ ਦਿਓ, ਉਹਨਾਂ ਨੂੰ ਹਿਲਾ ਦਿਓ। ਹੁਣ ਉਹ ਜਦੋਂ ਉਸ ਭਾਸ਼ਾ ਦੀ ਕੋਈ ਯੂਟਿਲਿਟੀ ਨਹੀਂ ਰਹਿ ਜਾਊਗੀ ਤਾਂ ਲੋਕ ਆਪਣੇ ਆਪ ਹੀ, ਖਾਸ ਤੌਰ 'ਤੇ ਜਿਹੜੀ ਯੰਗ ਜਨਰੇਸ਼ਨ ਆ, ਉਹ ਉਹਨਾਂ ਨੂੰ ਸਿੱਖਣਾ ਬੰਦ ਕਰ ਦੂਗੀ। ਔਰ ਇਹ ਗੱਲ ਪੰਜਾਬ 'ਚ ਹੋ ਰਹੀ ਹੈ। ਸੋ ਜਿਹੜੀਆਂ ਮੋਸਟ ਆਫ ਦੀ ਲੈਂਗੁਏਜਿਸ ਨੇ ਉਹ ਇਸੇ ਤਰੀਕੇ ਨਾਲ ਹੀ ਖ਼ਤਮ ਹੁੰਦੀਆਂ। ਹੁਣ ਇਹਦੇ ਵਿੱਚ ਮੈਂ ਇੱਕ ਇੰਪੋਰਟੈਂਟ ਨੁਕਤਾ ਜਿਹੜਾ ਉਹ ਦੇਣਾ ਚਾਹੁੰਦੀ ਹਾਂ, ਉਹ ਇਹ ਹੈ ਕਿ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਲੈਂਗੁਏਜਿਸ ਦਾ ਡੈਡ ਹੋ ਜਾਣਾ ਅਤੇ ਦੂਜਾ ਐਕਸਟਿੰਕਟ ਹੋ ਜਾਣਾ। ਦੋਨੋਂ ਅਲੱਗ-ਅਲੱਗ ਚੀਜ਼ਾਂ। ਇਹਨੂੰ ਵੀ ਜਦੋਂ ਮੈਂ ਇਹਦੀ ਡੈਫੀਨੇਸ਼ਨ ਦਿੰਦੀ ਹਾਂ ਤਾਂ ਸ਼ਾਇਦ ਸਾਨੂੰ ਸਮਝਣ ਦੇ ਵਿੱਚ ਆਸਾਨੀ ਹੋਊਗੀ। ਜਿਹੜੀ ਲੈਂਗੁਏਜ ਡੈਡ ਹੋ ਜਾਂਦੀ ਹੈ ਉਹਦਾ ਮਤਲਬ ਕੀ ਹੁੰਦਾ? ਲੈਂਗੁਏਜ ਡੈਡ ਦਾ ਮਤਲਬ ਹੁੰਦਾ ਆ ਜਦੋਂ ਲੈਂਗੁਏਜ ਤਾਂ ਉਹ ਰਹੇ ਪਰ ਉਹ ਕਿਸੇ ਦੀ ਨੇਟਿਵ ਲੈਂਗੁਏਜ ਨਾ ਰਹੇ। ਮਤਲਬ ਲੈਂਗੁਏਜ ਤਾਂ ਜੀਂਦੀ ਆ, ਲੈਂਗੁਏਜ ਹਜੇ ਖ਼ਤਮ ਨਹੀਂ ਹੋਈ, ਪਰ ਉਹ ਕਿਸੇ ਦੀ ਕੋਈ ਇੱਕ ਕਮਿਊਨਿਟੀ ਦੀ ਆਪਣੀ ਭਾਸ਼ਾ ਨਹੀਂ ਰਹਿ ਗਈ।
ਹੁਣ ਇਸ ਚੀਜ਼ ਨੂੰ ਸਮਝਿਓ ਕਿ ਜਦੋਂ ਪੰਜਾਬੀ ਸੂਬੇ ਦੀ ਗੱਲ ਚੱਲਦੀ ਹੈ ਜਾਂ ਜਦੋਂ ਪੰਜਾਬ ਦੇ ਜਿਹੜੇ ਬਾਰ-ਬਾਰ ਸਾਡੇ ਕੁਛ ਬੁੱਧੀਜੀਵੀ ਇਹ ਬੋਲਦੇ ਰਹਿੰਦੇ ਨੇ ਕਿ ਜਿਹੜੇ ਪੰਜਾਬ ਦੇ ਹਿੰਦੂ ਹੈ ਉਹ ਆਪਣੀ ਭਾਸ਼ਾ ਹਿੰਦੀ ਕਿਉਂ ਲਿਖਾਉਂਦੇ, ਉਹ ਪੰਜਾਬੀ ਕਿਉਂ ਨਹੀਂ ਲਿਖਾਉਂਦੇ, ਜਾਂ ਉਹਨਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਂਦਾ ਕਿ ਤੁਹਾਡੀ ਜਿਹੜੀ ਭਾਸ਼ਾ ਉਹ ਹਿੰਦੀ ਲਿਖਵਾਓ, ਪੰਜਾਬੀ ਨਾ ਲਿਖਵਾਓ। ਉਹ ਕਿਉਂ ਹੁੰਦਾ? ਕਿਉਂਕਿ ਜਦੋਂ ਅਗਲੇ ਇਹ ਗੱਲ ਪ੍ਰੂਵ ਕਰਨ ਦੇ ਉੱਤੇ ਕਾਮਯਾਬ ਹੋ ਜਾਣਗੇ ਨਾ ਕਿ ਪੰਜਾਬੀ ਸੂਬੇ ਦੇ ਵਿੱਚ ਜਾਂ ਪੰਜਾਬ ਜਿਹੜਾ ਸਟੇਟ ਹੈ ਉਹਦੇ ਵਿੱਚ ਪੰਜਾਬੀ ਮਾਈਨੋਰਿਟੀ ਦੇ ਵਿੱਚ ਹੈ, ਕਿ ਪੰਜਾਬੀ ਬਹੁਤੇ ਲੋਕਾਂ ਦੀ ਭਾਸ਼ਾ ਹੈ ਨਹੀਂ, ਜਦੋਂ ਬਹੁਤ ਲੋਕ ਹਿੰਦੀ ਉੱਤੇ ਟਿਕ ਕਰਦੇ ਜਾਣਗੇ ਕਿ ਸਾਡੀ ਭਾਸ਼ਾ ਹਿੰਦੀ ਹੈ, ਪੰਜਾਬੀ ਨਹੀਂ ਹੈ, ਤਾਂ ਫਿਰ ਉਸ ਭਾਸ਼ਾ ਨੂੰ ਡੈਡ ਭਾਸ਼ਾ ਘੋਸ਼ਿਤ ਕਰਨਾ ਸੌਖਾ ਹੋ ਜਾਊਗਾ। ਕਿਉਂਕਿ ਜਦੋਂ ਕਿਸੇ ਖਿੱਤੇ ਦੇ ਲੋਕਾਂ ਦੀ ਉਹ ਨੇਟਿਵ ਭਾਸ਼ਾ ਨਹੀਂ ਰਹਿ ਜਾਊਗੀ ਪੰਜਾਬੀ, ਤਾਂ ਉਹਨੂੰ ਇਹ ਕਹਿ ਦੇਣਾ ਕਿ ਪੰਜਾਬੀ ਡੈਡ ਲੈਂਗੁਏਜ ਹੈ, ਬੜਾ ਸੌਖਾ ਹੋ ਜਾਊਗਾ। ਸੋ ਇੱਕ ਪੋਲੀਟੀਕਲ ਮੂਵ ਹੈ ਇਹ। ਜਿਹੜੇ ਸਾਡੇ ਬੁੱਧੀਜੀਵੀ ਜਾਂ ਜਿਹੜੇ ਸਾਡੇ ਅਗਲੀ ਜਿਹੜੀਆਂ ਪੀੜ੍ਹੀਆਂ ਦੇ ਜਿਹੜੇ ਸੋਸ਼ਲ ਸਰਵਿਸ ਜਿਹੜੇ ਕਰਦੇ ਨੇ ਜਾਂ ਜਿਹੜੇ ਇਹ ਭਾਸ਼ਾ ਦੇ ਲਈ ਜਿਹੜੇ ਲੜਾਈ ਲੜ ਰਹੇ ਨੇ, ਉਹ ਲੋਕ ਬਾਰ-ਬਾਰ ਕਹਿੰਦੇ ਨੇ ਕਿ ਆਪਣੀ ਜਦੋਂ ਤੁਹਾਡੀ ਜਨਗਣਨਾ ਹੁੰਦੀ ਹੈ ਤਾਂ ਉਹਦੇ ਵਿੱਚ ਲਿਖੋ, ਸੈਂਸਸ ਦੇ ਵਿੱਚ ਲਿਖੋ ਕਿ ਤੁਹਾਡੀ ਭਾਸ਼ਾ ਪੰਜਾਬੀ। ਉਹ ਕਿਉਂ ਇਸ ਗੱਲ 'ਤੇ ਜ਼ੋਰ ਦਿੰਦੇ ਨੇ? ਕਿਉਂਕਿ ਅਗਰ ਅਸੀਂ ਵੀ ਨਹੀਂ ਲਿਖਾਂਗੇ ਤਾਂ ਜਿਹੜੇ ਲੋਕ ਇਹ ਗੱਲ ਲਿਖ ਰਹੇ ਨੇ ਕਿ ਉਹ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਤਰ ਭਾਸ਼ਾ ਜਿਹੜੀ ਹੈ ਨੇਟਿਵ ਲੈਂਗੁਏਜ ਹਿੰਦੀ ਟਿਕ ਕਰ ਰਹੇ ਨੇ, ਤਾਂ ਉਹ ਇਸ ਗੱਲ ਦਾ ਰਾਹ ਸੁਖਾਲਾ ਕਰ ਰਹੇ ਆ ਕਿ ਅਗਲੀਆਂ ਜਿਹੜੀਆਂ ਹਕੂਮਤਾਂ ਨੇ ਉਹ ਇਹ ਕਹਿ ਦੇਣ ਕਿ ਪੰਜਾਬੀ ਕਿਸੇ ਖਿੱਤੇ ਦੀ ਨੇਟਿਵ ਭਾਸ਼ਾ ਨਹੀਂ ਹੈ। ਜਦੋਂ ਪੰਜਾਬੀ ਨੇਟਿਵ ਭਾਸ਼ਾ ਨਹੀਂ ਰਹੀ ਤਾਂ ਪੰਜਾਬੀ ਡੈਡ ਲੈਂਗੁਏਜ ਘੋਸ਼ਿਤ ਕੀਤੀ ਜਾ ਸਕਦੀ ਹੈ। ਜਿਹੜੀਆਂ ਡੈਡ ਲੈਂਗੁਏਜਿਸ ਹੁੰਦੀਆਂ ਆ, ਹੁਣ ਇਹਦੇ ਵਾਸਤੇ ਇੱਕ ਐਗਜ਼ਾਮਪਲ ਹੈ ਲੈਟਿਨ ਭਾਸ਼ਾ। ਲੈਟਿਨ ਭਾਸ਼ਾ ਦੇ ਬਹੁਤ ਸਾਰੇ ਵਰਡ ਅੱਜ ਵੀ ਵਰਤੇ ਜਾਂਦੇ ਆ, ਪਰ ਉਹ ਡੈਡ ਲੈਂਗੁਏਜ ਹੈ। ਕਿਉਂ? ਕਿਉਂਕਿ ਉਹ ਕਿਸੇ ਦੀ ਨੇਟਿਵ ਭਾਸ਼ਾ ਹੈ ਹੀ ਨਹੀਂ। ਹੁਣ ਲੈਟਿਨ ਦੇ ਵਿੱਚ ਜਿਹੜਾ ਲਿਟਰੇਚਰ ਲਿਖਿਆ ਹੋਇਆ ਉਹ ਕਿੰਨੇ ਕੁ ਲੋਕ ਪੜ੍ਹਦੇ ਆ? ਬਹੁਤ ਇੱਕਾ ਦੁੱਕਾ ਕੁਛ ਉਂਗਲਾਂ 'ਤੇ ਗਿਣੇ ਜਾਣ ਵਾਲੇ ਲੋਕ ਨੇ ਜਿਹੜੇ ਲੈਟਿਨ ਦੇ ਸਕੋਲਰਸ ਨੇ। ਲੈਟਿਨ ਭਾਸ਼ਾ ਬਹੁਤ ਘੱਟ ਲੋਕ ਪੜ੍ਹਦੇ ਆ। ਜਦੋਂ ਡੈਡ ਲੈਂਗੁਏਜ ਹੋ ਗਈ ਤਾਂ ਅਗਲੇ ਕੁਛ ਦਹਾਕਿਆਂ ਦੇ ਵਿੱਚ ਉਹ ਐਕਸਟਿੰਕਟ ਵੀ ਹੋ ਜੂਗੀ। ਹੁਣ ਐਕਸਟਿੰਕਟ ਭਾਸ਼ਾ ਕਿਹੜੀ ਹੁੰਦੀ ਹੈ? ਜਿਹਦਾ ਦੁਨੀਆ ਦੇ ਉੱਤੇ ਕੋਈ ਸਪੀਕਰ ਨਾ ਬਚੇ। ਜਦੋਂ ਕੋਈ ਭਾਸ਼ਾ ਡੈਡ ਲੈਂਗੁਏਜ ਹੋ ਗਈ ਅਤੇ ਇਸ ਦਾ ਮਤਲਬ ਹੈ ਕਿ ਉਹਦੇ ਆਧਾਰ ਦੇ ਉੱਤੇ ਨੌਕਰੀਆਂ ਵੀ ਹੈ ਨਹੀਂ, ਉਹਦੇ ਆਧਾਰ ਦੇ ਉੱਤੇ ਤੁਹਾਡੀ ਵਰਗ ਦੀ, ਕਿਉਂਕਿ ਜਦੋਂ ਤੁਸੀਂ ਤੁਹਾਡੀ ਭਾਸ਼ਾ ਨੂੰ ਡੈਡ ਘੋਸ਼ਿਤ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸਟੈਪ ਆ ਉਹ ਕੀ ਹੈ ਕਿ ਜਿਹੜੀ ਭਾਸ਼ਾ ਹੀ ਨਹੀਂ ਹੈ, ਨੇਟਿਵ ਲੈਂਗੁਏਜਿਸ ਨੇਟਿਵ ਲੋਕਾਂ ਦੀ ਉਹ ਭਾਸ਼ਾ ਹੀ ਨਹੀਂ ਰਹੀ, ਤਾਂ ਫਿਰ ਉਸ ਆਧਾਰ ਦੇ ਉੱਤੇ ਨੌਕਰੀਆਂ ਕਿਉਂ ਦੇਣੀਆਂ? ਉਸ ਆਧਾਰ ਦੇ ਉੱਤੇ ਉਹਨੂੰ ਸਕੂਲਾਂ 'ਚ ਕਿਉਂ ਲਾਉਣਾ, ਕਾਲਜਾਂ ਵਿੱਚ ਕਿਉਂ ਲਾਉਣਾ? ਉਹ ਪੜ੍ਹਾਈ ਕਿਉਂ ਜਾਣੀ ਚਾਹੀਦੀ ਹੈ? ਕਿਉਂਕਿ ਜਿਹੜੀ ਭਾਸ਼ਾ ਹੀ ਡੈਡ ਹੈ। ਇਸ ਕਰਕੇ ਸਾਨੂੰ ਹਰ ਇੱਕ ਪੁਆਇੰਟ ਦੇ ਉੱਤੇ ਸਮਝਣਾ ਪਊਗਾ ਕਿ ਜਿਹੜੀ ਭਾਸ਼ਾ ਹੈ ਉਹ ਇੰਪੋਰਟੈਂਟ ਕਿਉਂ ਆ, ਪਹਿਲੀ ਗੱਲ। ਦੂਸਰੀ ਗੱਲ, ਭਾਸ਼ਾ ਨੂੰ ਡੈਡ ਤੋਂ ਐਕਸਟਿੰਕਟ ਵੱਲ ਕਿੱਦਾਂ ਵਧਾਇਆ ਜਾਂਦਾ, ਇਹ ਗੱਲ ਸਾਨੂੰ ਸਮਝਣੀ ਪਊਗੀ। ਫਿਰ ਉਸ ਤੋਂ ਬਾਅਦ ਸਾਨੂੰ ਸਮਝ ਆਊਗੀ ਕਿ ਜਿਹੜੇ ਸਾਡੇ ਲੋਕ ਭਾਸ਼ਾ ਦੀ ਲੜਾਈ ਲੜ ਰਹੇ ਨੇ ਉਹ ਕਿਉਂ ਲੜ ਰਹੇ ਨੇ। ਸੋ ਜਿਹੜੇ ਸਾਡੇ ਲੋਕ ਜਿਹੜੇ ਹੈ ਉਹ ਜਿਹੜੇ ਭਾਸ਼ਾ ਦੀ ਲੜਾਈ ਲੜ ਰਹੇ ਨੇ, ਜਿਹੜੇ ਬਾਰ-ਬਾਰ ਇਹ ਕਹਿੰਦੇ ਨੇ ਕਿ ਸਾਨੂੰ ਪੰਜਾਬੀ ਬਚਾਉਣੀ ਚਾਹੀਦੀ ਹੈ, ਸਾਡੇ 'ਚੋਂ ਬਹੁਤਿਆਂ ਨੂੰ ਇਹ ਲੱਗਦਾ ਹੋਊਗਾ ਕਿ ਕੁਛ ਜਿਹੜੇ ਲੱਖਾ ਸਿਧਾਣਾ ਵਰਗੇ ਲੋਕ ਨੇ ਜਿਹੜੇ ਆ ਕੇ ਉਹ ਕਹਿੰਦੇ ਨੇ ਕਿ ਜੀ ਪੰਜਾਬੀ ਉੱਪਰ ਲਿਖੋ, ਫਿਰ ਹਿੰਦੀ ਲਿਖੋ, ਫਿਰ ਅੰਗਰੇਜ਼ੀ ਲਿਖੋ। ਇਹ ਪਾਗਲ ਹੈ। ਸਾਨੂੰ ਇਹ ਲੱਗਦਾ ਹੋਊਗਾ ਕਿ ਸ਼ਾਇਦ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਦਿਮਾਗ 'ਚ ਕੀ ਗੱਲ ਆਉਂਦੀ ਆ, ਜਾਂ ਇਹਦੇ ਬਾਰੇ ਕਈ ਲੋਕ ਇਹ ਕਹਿੰਦੇ ਨੇ ਕਿ ਇਹਦਾ ਫ਼ਰਕ ਕੀ ਪੈਂਦਾ ਹੈ। ਫ਼ਰਕ ਪੈਂਦਾ ਹੈ, ਬਹੁਤ ਵੱਡਾ ਫ਼ਰਕ ਪੈਂਦਾ ਹੈ, ਕਿਉਂਕਿ ਜਦੋਂ ਤੱਕ ਅਸੀਂ ਆਪਣੀ ਭਾਸ਼ਾ ਨੂੰ ਆਪ ਅਹਿਮੀਅਤ ਨਹੀਂ ਦਿੰਦੇ ਉਦੋਂ ਤੱਕ ਕਿਸੇ ਨੇ ਸਾਡੀ ਭਾਸ਼ਾ ਨੂੰ ਅਹਿਮੀਅਤ ਨਹੀਂ ਦੇਣੀ। ਔਰ ਇਹ ਸਾਨੂੰ ਯਾਦ ਰੱਖਣਾ ਪਊਗਾ, ਔਰ ਇਸ ਦੇ ਬਾਰੇ ਸਾਨੂੰ ਇੱਕ ਗੱਲ ਆਪਣੇ ਧਿਆਨ 'ਚ ਰੱਖਣੀ ਪਊਗੀ ਕਿ ਜਿਸ ਦਿਨ ਪੰਜਾਬੀ ਜਿਹੜੀ ਹੈ ਉਹ ਪਹਿਲਾਂ ਆਪਾਂ ਪੰਜਾਬੀ ਤੋਂ ਸ਼ੁਰੂ ਹੋਏ, ਫਿਰ ਇੰਗਲਿਸ਼, ਹਿੰਦੀ, ਫਿਰ ਹਿੰਦੀ ਉੱਪਰ ਆਉਣੀ ਸ਼ੁਰੂ ਹੋਈ, ਪੰਜਾਬੀ ਥੱਲੇ, ਇੱਦਾਂ ਹੀ ਕਰਦੇ ਕਿਸੇ ਦਿਨ ਨੂੰ ਪੰਜਾਬੀ ਉਸ ਨਕਸ਼ੇ ਦੇ ਵਿੱਚੋਂ ਹੀ ਨਿਕਲ ਜਾਊਗੀ। ਕਿਸੇ ਦਿਨ ਨੂੰ ਜਿਹੜੀ ਹਕੂਮਤ ਹੈ ਉਹ ਪੰਜਾਬੀ ਵਿੱਚ ਲਿਖਣਾ ਹੀ ਸੋਚੂਗੀ ਵੀ ਇਹਨਾਂ ਦਾ ਕੀ ਫਾਇਦਾ, ਕਿਉਂਕਿ ਔਰ ਇਸੇ ਤਰੀਕੇ ਨਾਲ ਅੱਗੇ ਚੱਲ ਕੇ ਉਹ ਸਾਡੀ ਭਾਸ਼ਾ ਨੂੰ ਡੈਡ ਲੈਂਗੁਏਜ ਡਿਕਲੇਅਰ ਕਰ ਦੇਣਗੇ। ਇਸੇ ਤਰੀਕੇ ਨਾਲ ਹੀ ਭਾਸ਼ਾਵਾਂ ਦੀ ਜਿਹੜਾ ਜੈਨੋਸਾਈਡ ਹੈ ਨਾ, ਜਿਹੜੀਆਂ ਭਾਸ਼ਾਵਾਂ ਖਤਮ ਹੁੰਦੀਆਂ, ਭਾਸ਼ਾਵਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਉਹ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ। ਔਰ ਜਿਵੇਂ ਮੈਂ ਪਹਿਲਾਂ ਕਹਿ ਚੁੱਕੀ ਕਿ ਇੱਕ ਭਾਸ਼ਾ ਦੇ ਨਾਲ ਬਹੁਤ ਵੱਡਾ ਢਾਂਚਾ ਜੁੜਿਆ ਹੁੰਦਾ ਹੈ। ਭਾਸ਼ਾ ਕਦੀ ਵੀ ਇਕੱਲੀ ਨਹੀਂ ਹੁੰਦੀ। ਭਾਸ਼ਾ ਦੇ ਨਾਲ ਸਥਾਨਕ ਲੋਕਾਂ ਦੀ ਨੌਲੇਜ ਜੁੜੀ ਹੁੰਦੀ ਹੈ।
ਭਾਸ਼ਾ ਦੇ ਨਾਲ ਸਥਾਨਕ ਲੋਕਾਂ ਦੇ ਸੱਭਿਆਚਾਰ, ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦੀਆਂ ਰਵਾਇਤਾਂ, ਉਹਨਾਂ ਦੀ ਜਿਹੜਾ ਬੋਲਬਾਣੀ, ਉਹਨਾਂ ਦਾ ਖਾਣ ਪੀਣ, ਉਹਨਾਂ ਦਾ ਰਹਿਣ ਸਹਿਣ ਸਾਰਾ ਕੁਝ ਜੁੜਿਆ ਹੁੰਦਾ ਹੈ। ਔਰ ਉਸੇ ਭਾਸ਼ਾ ਦਾ ਹੀ ਇੱਕ ਕੋਡਡ ਸਟਰਕਚਰ ਤਿਆਰ ਹੁੰਦਾ ਹੈ, ਜਿਸ ਕੋਡਡ ਸਟਰਕਚਰ ਦੇ ਵਿੱਚ ਚੱਲਦੇ ਹੋਏ ਤੁਹਾਡੀ ਜਿਹੜੀ ਇੱਕ ਅਲੱਗ ਪਹਿਚਾਣ ਹੈ ਉਹ ਉਸ ਭਾਸ਼ਾ ਦੇ ਨਾਲ ਹੁੰਦੀ ਹੈ। ਹੁਣ ਇੱਕ ਗੱਲ ਆਪਣੇ ਦਿਮਾਗ 'ਚ ਸਾਰੇ ਸੋਚ ਕੇ ਦੇਖਿਓ ਕਿ ਅਗਰ ਆਪਾਂ ਕੱਲ੍ਹ ਨੂੰ ਕਿਤੇ ਇਹ ਦੇਖੀਏ ਕਿ ਪੰਜਾਬੀ ਤਾਂ ਕੋਈ ਭਾਸ਼ਾ ਹੈ ਹੀ ਨਹੀਂ, ਅਗਰ ਇਹ ਕਿਤੇ ਹੋਵੇ ਕਿ ਪੰਜਾਬੀ ਤਾਂ ਕੋਈ ਭਾਸ਼ਾ ਨਹੀਂ ਹੈ, ਤਾਂ ਫਿਰ ਪੰਜਾਬ ਦਾ ਅਤੇ ਬਾਕੀ ਹੋਰਨਾਂ ਸੂਬਿਆਂ ਦਾ ਵਖਰੇਵਾਂ ਕੀ ਰਹਿ ਗਿਆ? ਪੰਜਾਬ ਵਿਲੱਖਣ ਕਿਵੇਂ ਹੋਇਆ ਬਾਕੀ ਸੂਬਿਆਂ ਤੋਂ? ਇਸੇ ਤਰੀਕੇ ਨਾਲ ਤਮਿਲਨਾਡੂ ਹੈ। ਹੁਣ ਤਮਿਲ ਲੋਕ ਅਗਰ ਕਹਿਣਾ ਸ਼ੁਰੂ ਕਰ ਦੇਣ ਕਿ ਤਮਿਲ ਤਾਂ ਕੋਈ ਭਾਸ਼ਾ ਹੈ ਨਹੀਂ, ਤਾਂ ਅਗਰ ਤਮਿਲ ਕੋਈ ਭਾਸ਼ਾ ਨਹੀਂ ਹੈ ਤਾਂ ਫਿਰ ਤਮਿਲ ਵੀ ਤਾਂ ਬਾਕੀ ਇੱਕੋ ਹੀ ਹੋਮੋਜੀਨੀਅਸ ਜਗ੍ਹਾ ਦਾ ਹਿੱਸਾ ਹੋ ਗਿਆ। ਤਾਂ ਉਹ ਜਿਹੜਾ ਇੱਕ ਹਿੰਦੁਸਤਾਨ ਦਾ ਇੱਕ ਪੂਰਾ ਇੱਕ ਟੁਕੜਾ ਹੈ, ਇੱਕ ਲੈਂਡ ਮਾਸ ਹੈ, ਉਹਦੇ ਵਿੱਚ ਇੱਕੋ ਹੀ ਭਾਸ਼ਾ ਜੋ ਲਾਗੂ ਕਰਨਾ ਚਾਹ ਰਹੇ ਨੇ ਉਹ ਹਿੰਦੀ। ਹੁਣ ਅਗਰ ਸਾਰੇ ਦਾ ਸਾਰਾ ਹਿੰਦੁਸਤਾਨ ਹਿੰਦੀ ਬੋਲ ਰਿਹਾ ਤਾਂ ਮਤਲਬ ਬਾਕੀ ਭਾਸ਼ਾਵਾਂ ਜਿਹੜੀਆਂ ਨੇ ਉਹ ਮਾਈਨੋਰਿਟੀ 'ਚ ਹੋ ਗਈਆਂ। ਜਦੋਂ ਤੁਹਾਡੀ ਭਾਸ਼ਾ ਹਿੰਦੀ ਹੋ ਗਈ ਤਾਂ ਫਿਰ ਤੁਸੀਂ ਇਤਿਹਾਸ ਕਿਹਦਾ ਪੜ੍ਹੋਗੇ? ਫਿਰ ਤੁਸੀਂ ਕਿਹੜਾ ਇਤਿਹਾਸ ਪੜ੍ਹੋਗੇ? ਉਹ ਜੋ ਹਿੰਦੀ 'ਚ ਲਿਖਿਆ ਗਿਆ, ਜੋ ਪੰਜਾਬੀ ਵਿੱਚ ਲਿਖਿਆ ਗਿਆ, ਉਹ ਤੁਹਾਡੇ ਹੱਥੋਂ ਬਾਹਰ ਨਿਕਲ ਜੂਗਾ। ਸੋ ਅਸੀਂ ਪੰਜਾਬੀ ਭਾਸ਼ਾ, ਅਗਰ ਪੰਜਾਬੀ ਭਾਸ਼ਾ ਕਿਤੇ ਖੋਈ ਜਾਂਦੀ ਹੈ, ਅਗਰ ਸਾਡੀ ਪਹੁੰਚ ਤੋਂ ਦੂਰ ਜਾਂਦੀ ਹੈ, ਤਾਂ ਅਸੀਂ ਉਸ ਭਾਸ਼ਾ ਦੇ ਨਾਲ ਸਿਰਫ ਇੱਕ ਆਪਣੀ ਗੱਲਬਾਤ ਕਰਨ ਦਾ ਮਾਧਿਅਮ ਨਹੀਂ ਖੋਵਾਂਗੇ, ਅਸੀਂ ਬਹੁਤ ਕੁਝ ਹੋਰ ਵੀ ਖੋ ਦਾਂਗੇ। ਇਹਦਾ ਇੱਕ ਐਗਜ਼ਾਮਪਲ ਹੈ, ਬਹੁਤ ਸਾਰੇ ਐਸੇ ਅੱਖਰ ਨੇ ਜੋ ਕਦੀ ਸਾਡੇ ਵੱਡੇ ਬਜ਼ੁਰਗ ਜਿਹੜੇ ਨੇ ਉਹ ਇਸਤੇਮਾਲ ਕਰਿਆ ਕਰਦੇ ਸੀ। ਅੱਜ ਸਾਡੇ ਕੋਲ ਉਹ ਅੱਖਰ ਹੈ ਨਹੀਂ। ਅੱਜ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਪੰਜਾਲੀ ਕੀ ਹੁੰਦੀ ਹੈ, ਤੱਕਲਾ ਕੀ ਹੁੰਦਾ ਹੈ, ਬਹੁਤੇ ਲੋਕਾਂ ਨੂੰ ਚੌਂਕੇ ਦਾ ਨਹੀਂ ਪਤਾ, ਬਹੁਤੇ ਲੋਕਾਂ ਨੂੰ ਅੰਗੀਠੀ ਦਾ ਨਹੀਂ ਪਤਾ। ਇਹ ਜਿਹੜੇ ਅੱਖਰ ਸੀ, ਬੋਤਾ ਕੀ ਹੁੰਦਾ ਆ, ਇਹ ਕੁਝ ਅੱਖਰ ਜਿਹੜੇ ਅੱਜ ਸਾਡੇ ਕੋਲ ਕਿਤੇ ਨਾ ਕਿਤੇ ਖੁੱਸ ਗਏ। ਪਿੱਛੇ ਜੇ ਇੱਕ ਪ੍ਰੋਗਰਾਮ ਹੋ ਰਿਹਾ ਸੀਗਾ ਤਾਂ ਉਹਦੇ ਵਿੱਚ ਕਿਸੇ ਨੇ ਇੱਕ ਬੜੀ ਪਿਆਰੀ ਕਵਿਤਾ ਪੜ੍ਹੀ ਸੀਗੀ, ਉਹ ਸੀਗੀ ਭੱਬੇ ਦੇ ਉੱਤੇ। ਬਹੁਤੇ ਲੋਕ ਸਾਡੇ ਜੋ ਅੱਜ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਅਸੀਂ ਭੱਬਾ, ਰਾੜੇ ਨੂੰ ਬਹੁਤੇ ਲੋਕ ਰਾਰਾ ਹੀ ਪੜ੍ਹੀ ਜਾਂਦੇ ਆ, ਬੋਲੀ ਜਾਂਦੇ ਆ, ਹੈ ਨਾ। ਭੱਬਾ, ਭੈਣ ਤਾਂ ਕੋਈ ਕਹਿੰਦਾ ਹੀ ਨਹੀਂ, ਭੈਣ ਕਹਿੰਦੇ ਨੇ। ਉਹ ਹਰਮਿੰਦਰ ਕੌਰ ਹੈਗੇ, ਉਹਨਾਂ ਨੇ ਇੱਕ ਬੜੀ ਵਧੀਆ ਇਹਦੇ ਉੱਤੇ ਕਵਿਤਾ ਪੜ੍ਹੀ ਸੀਗੀ ਬਾਕਾਇਦਾ, ਕਿ ਭੱਬੇ ਦੀ ਜਿਹੜੀ ਹੈ ਨਾ ਉਹ ਬਿਲਕੁਲ ਨਿਲਾਮੀ ਹੋ ਗਈ। ਔਰ ਸਿਰਫ ਭੱਬੇ ਦੀ ਕਾਹਨੂੰ, ਹੋਰ ਵੀ ਕਈ ਅੱਖਰ ਨੇ, ਉਹ ਧੁਨੀਆਂ ਜਿਹੜੀਆਂ ਨੇ ਸਾਡੇ ਕੋਲੋਂ ਖੋਈਆਂ ਜਾ ਰਹੀਆਂ ਨੇ। ਹੁਣ ਜਦੋਂ ਇਹ ਜ਼ਰਾ ਸੋਚ ਕੇ ਦੇਖਿਓ ਕਿ ਜਦੋਂ ਆਪਾਂ ਭੱਬੇ ਦੀ ਗੱਲ ਕਰਾਂਗੇ ਤੇ ਭਲਾ ਜਦੋਂ ਅਸੀਂ ਭੱਬਾ ਹੀ ਖ਼ਤਮ ਕਰਤਾ ਤੇ ਉਹ ਪੱਲਾ ਬਣ ਗਿਆ। ਇਸੇ ਤਰੀਕੇ ਨਾਲ ਜਿਹੜਾ ਰਾੜਾ ਹੈ, ਜਦੋਂ ਰਾੜਾ ਖ਼ਤਮ ਹੋ ਗਿਆ, ਰਾਰਾ ਬਣ ਗਿਆ, ਤਾਂ ਫਿਰ ਵੀ ਸਾਡੇ ਕੋਲੋਂ ਜਦੋਂ ਸਾਡੇ ਕੋਲ ਧੁਨੀਆਂ ਖ਼ਤਮ ਹੋ ਗਈਆਂ, ਸਾਡੇ ਅੱਖਰਾਂ ਦੇ ਮਾਇਨੇ ਬਦਲ ਜਾਣਗੇ। ਪਹਿਲਾਂ ਤਾਂ ਕੁਝ ਐਸੇ ਅੱਖਰ ਨੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਔਰ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਅੱਖਰ ਕੀ ਹੈ, ਕਿਉਂਕਿ ਉਹ ਰਵਾਇਤੀ ਅੱਖਰ ਸੀ ਜੋ ਅਸੀਂ ਆਪਣੀ ਭਾਸ਼ਾ ਦੇ ਵਿੱਚੋਂ ਕਿਤੇ ਗਵਾ ਲਏ। ਅਸੀਂ ਉਹਨਾਂ ਭਾਸ਼ਾਵਾਂ ਦੇ ਵਿੱਚੋਂ ਬਹੁਤੇ ਲੋਕ ਤਾਂ ਔਰ ਇਹਦੇ ਵਿੱਚ ਮੈਂ ਵੀ ਇੱਕ ਆਉਂਦੀ ਹਾਂ, ਬਹੁਤ ਸਾਰੇ ਅਸੀਂ ਸਾਰੇ ਇਕੱਠੇ ਹੀ ਹਾਂ ਕਿ ਜਦੋਂ ਅਸੀਂ ਪੰਜਾਬੀ ਬੋਲ ਰਹੇ ਹੁੰਦੇ ਹਾਂ ਤਾਂ ਵਿੱਚ ਇੱਕ ਅੱਖਰ ਜਿਹੜਾ ਅੰਗਰੇਜ਼ੀ ਦਾ ਬੋਲ ਦਈਦਾ, ਤਾਂ ਕੋਈ ਪੁੱਛੇ ਕਿ ਇਸ ਅੰਗਰੇਜ਼ੀ ਦੇ ਅੱਖਰ ਨੂੰ ਪੰਜਾਬੀ 'ਚ ਟਰਾਂਸਲੇਟ ਕਰੀ, ਅਤੇ ਸਾਨੂੰ ਉਹਦਾ ਪੰਜਾਬੀ ਦਾ ਜਿਹੜਾ ਬਦਲ ਆ ਉਹ ਲੱਭਦਾ ਹੀ ਨਹੀਂ, ਉਹ ਟਰਾਂਸਲੇਸ਼ਨ ਹੀ ਨਹੀਂ ਲੱਭਦੀ ਕਿ ਉਹਦਾ ਕੀ ਹੈ, ਉਹਦਾ ਪੰਜਾਬੀ ਭਾਸ਼ਾ ਦੇ ਵਿੱਚ ਉਹਦਾ ਅਨੁਵਾਦ ਕੀ ਹੋਊਗਾ, ਸਾਨੂੰ ਇਹ ਲੱਭਦਾ ਨਹੀਂ। ਅਤੇ ਜਦੋਂ ਸਾਨੂੰ ਉਹ ਲੱਭਦਾ ਨਹੀਂ, ਦਾ ਮਤਲਬ ਹੈ ਕਿ ਉਹ ਅੱਖਰ ਸਾਡੇ ਕੋਲੋਂ ਕਿਤੇ ਖੁੰਝ ਗਿਆ। ਹੁਣ ਜਦੋਂ ਸਾਡੇ ਕੋਲ ਅੱਖਰ ਬਾ ਅੱਖਰ ਚੀਜ਼ਾਂ ਖੁੰਝਦੀਆਂ ਜਾਣਗੀਆਂ, ਇੱਕ ਤਾਂ ਹੈ ਕਿ ਪੰਜਾਬੀ ਭਾਸ਼ਾ ਨੂੰ ਗਵਾਚਣ ਦੀ ਜਿਹੜੀ ਇੱਕ ਵੱਡੀ ਢਾਂਚਾ ਹੈ, ਜੋ ਇੱਕ ਵੱਡੀ ਗੱਲ ਹੈ ਨਾ, ਕਿ ਇੱਕ ਓਵਰਆਲ ਜੇ ਸਾਡਾ ਪੰਜਾਬੀ ਖ਼ਤਮ ਹੋ ਜਾਂਦੀ ਹੈ ਤਾਂ ਫਿਰ ਅਸੀਂ ਕਿੱਥੇ ਖਲੋਤੇ ਹਾਂ? ਕਿਤੇ ਵੀ ਨਹੀਂ। ਜੇ ਪੰਜਾਬੀ ਨੂੰ, ਔਰ ਅਗਲੀ ਗੱਲ ਜਿਹੜੀ ਆਪਾਂ ਕੀਤੀ ਉਹ ਇਹ ਹੈ ਕਿ ਪੰਜਾਬੀ ਨੂੰ ਡੈਡ ਲੈਂਗੁਏਜ ਘੋਸ਼ਿਤ ਕਰਨ ਤੋਂ ਐਕਸਟਿੰਕਟ ਲੈਂਗੁਏਜ ਘੋਸ਼ਿਤ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਣਾ ਜੇ ਅਸੀਂ ਅੱਜ ਨਾ ਸੰਭਲੇ। ਅਤੇ ਤੀਸਰੀ ਗੱਲ ਇਹ ਆਉਂਦੀ ਹੈ ਕਿ ਅਸੀਂ ਆਪਣੇ ਵਿਅਕਤੀਗਤ ਪੱਧਰ ਦੇ ਉੱਤੇ ਕੀ ਕੰਮ ਕਰ ਸਕਦੇ ਹਾਂ। ਜਿਹੜੀਆਂ ਸਾਡੀਆਂ ਧੁਨੀਆਂ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਧੁਨੀਆਂ ਨੂੰ ਪੱਕਾ ਕਰਨਾ ਸ਼ੁਰੂ ਕਰੀਏ। ਦੂਸਰੀ ਗੱਲ ਜਿਹੜੀ ਇੰਪੋਰਟੈਂਟ ਹੈ ਉਹ ਇਹ ਹੈ ਕਿ ਜਿਹੜੀ ਸਿਰਫ ਇੱਕ ਧੁਨੀ ਦੀ ਗੱਲ ਹੀ ਨਹੀਂ, ਜਿਹੜੇ ਅੱਖਰ ਵੀ ਸੀ ਜੋ ਸਾਡੇ ਪੁਰਾਣੇ ਅੱਖਰ ਸੀ, ਸਿਰਫ ਇੰਨੀ ਗੱਲ ਕਹਿ ਕੇ ਪੱਲਾ ਨਾ ਝਾੜ ਲਿਆ ਕਰੀਏ ਕਿ ਸਾਡੇ ਬੱਚਿਆਂ ਨੂੰ ਤਾਂ ਬੋਲਣੇ ਹੀ ਨਹੀਂ ਆਉਂਦੇ ਜੀ, ਜਾਂ ਸਾਡੇ ਬੱਚੇ ਨੂੰ ਸਮਝ ਹੀ ਨਹੀਂ ਆਉਣੀ। ਉਹਨਾਂ ਨੂੰ ਸਮਝਾਓ ਤਾਂ ਸਹੀ ਕਿ ਕੀ ਹੁੰਦਾ। ਬੇਸ਼ੱਕ ਪੰਜਾਲੀਆਂ ਅੱਜ ਨਹੀਂ ਹੈਗੀਆਂ, ਬੇਸ਼ੱਕ, ਪਰ ਫੋਟੋਆਂ ਤਾਂ ਕਿਤੇ ਨਾ ਕਿਤੇ ਅਵੇਲੇਬਲ ਹੋਣਗੀਆਂ। ਉਹਨਾਂ ਬੱਚਿਆਂ ਨੂੰ ਦੱਸੋ ਤਾਂ ਸਹੀ ਆਪਣੇ ਘਰ ਦੇ ਵਿੱਚ ਕਿ ਬਈ ਆਹ ਪੰਜਾਲੀ ਹੋਇਆ ਕਰਦੀ ਸੀ। ਉਹਨਾਂ ਨੂੰ ਦੱਸੋ ਤਾਂ ਸਹੀ ਕਿ ਊੜਾ ਕੱਲਾ ਊਠ ਹੀ ਨਹੀਂ ਹੁੰਦਾ, ਊਠ ਨੂੰ ਬੋਤਾ ਵੀ ਕਿਹਾ ਜਾਂਦਾ ਹੈ।
ਇਹ ਗੱਲਾਂ ਸਮਝਾਉਣੀਆਂ ਤਾਂ ਸਾਨੂੰ ਹੀ ਪੈਣਗੀਆਂ ਨਾ। ਆਪਣੇ ਘਰਾਂ ਦੇ ਵਿੱਚ ਜੋ ਪੰਜਾਬੀ ਹੈ, ਜੋ ਉਸਦੀ ਇੱਕ ਜੋ ਉਹਦੇ ਵੋਕੈਬਲਰੀ ਹੈ, ਉਹਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਜਦੋਂ ਕੋਈ ਅੰਗਰੇਜ਼ੀ ਭਾਸ਼ਾ ਬੋਲਦਾ ਇੱਕ ਕੋਈ ਬੜਾ ਡਿਫੀਕਲਟ ਅੱਖਰ ਬੋਲ ਦਿੰਦਾ ਤਾਂ ਅਸੀਂ ਇਹਨੂੰ ਕਹਿੰਦੇ ਕਿ ਇਹਦੀ ਨਾ ਵੋਕੈਬਲਰੀ ਬਹੁਤ ਸੋਹਣੀ ਆ ਇੰਗਲਿਸ਼ ਦੀ। ਇਹੀ ਚੀਜ਼ ਅਸੀਂ ਪੰਜਾਬੀ 'ਚ ਕਿਉਂ ਨਹੀਂ ਕਰਦੇ? ਅਸੀਂ ਪੰਜਾਬੀ ਨੂੰ ਵੀ ਉਸ ਲੈਵਲ ਦੇ ਉੱਤੇ ਕਿਉਂ ਨਹੀਂ ਦੇਖਣਾ ਸ਼ੁਰੂ ਕਰਦੇ? ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਦਿਮਾਗ ਨੇ, ਖਾਸ ਤੌਰ 'ਤੇ ਪੰਜਾਬੀ ਲੋਕਾਂ ਦੇ ਦਿਮਾਗ ਜਿਹੜੇ ਨੇ, ਉਹ ਅਜੇ ਵੀ ਕਲੋਨੀਅਲ ਮਾਈਂਡਸੈਟ ਦੇ ਨਾਲ ਚੱਲ ਰਹੇ। ਅੱਜ ਵੀ ਅਸੀਂ ਗੁਲਾਮੀ ਮਾਨਸਿਕਤਾ ਦੇ ਵਿੱਚ ਜੀ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਭਾਸ਼ਾ ਨਾ ਸਮਝ ਕੇ ਇੰਟੈਲੀਜੈਂਸ ਦਾ ਪੈਰੀਮੀਟਰ ਮੰਨ ਲਿਆ। ਅਸੀਂ ਇਹ ਮੰਨਦੇ ਹਾਂ ਕਿ ਜਿੰਨਾ ਜ਼ਿਆਦਾ ਕੋਈ ਅੰਗਰੇਜ਼ੀ ਬੋਲ ਸਕਦਾ ਓਨਾ ਜ਼ਿਆਦਾ ਉਹ ਇੰਟੈਲੀਜੈਂਟ ਹੈ, ਓਨੀ ਜ਼ਿਆਦਾ ਉਹਨੂੰ ਆਪਣੀ ਉਹਨੂੰ ਆਪਣੀ ਸਬਜੈਕਟ ਦੀ ਨੌਲੇਜ ਆ, ਓਨਾ ਹੀ ਜ਼ਿਆਦਾ ਉਹ ਕਿਤੇ ਅੱਗੇ ਕੁਛ ਬਣ ਜਾਊਗਾ। ਜਿਹੜਾ ਬੰਦਾ ਪੰਜਾਬੀ 'ਚ ਠੇਠ ਪੰਜਾਬੀ 'ਚ ਗੱਲ ਕਰਦਾ ਹੁੰਦਾ, ਆਪਾਂ ਦੇਸੀ ਕਹਿ ਕੇ, ਪੇਂਡੂ ਕਹਿ ਕੇ ਵੈਸੇ ਕਹਿੰਦੇ ਚੱਲ ਇਹ ਤਾਂ ਦੇਸੀ ਹੈ, ਤਾਂ ਪੇਂਡੂ ਹੈ। ਬੇਸਿਕਲੀ ਉਹ ਹੈ ਕਿ ਉਹ ਸਾਡਾ ਆਪਣਾ ਕੋਲੋਨਾਈਜ਼ਡ ਮਾਈਂਡ ਹੈ। ਸਾਡਾ ਆਪਣਾ ਦਿਮਾਗ ਜੋ ਅਜੇ ਵੀ ਕਲੋਨੀਅਲ ਜਗ੍ਹਾ ਦੇ ਉੱਤੇ ਬੈਠਾ, ਅੱਜ ਵੀ ਅਸੀਂ ਗੁਲਾਮ ਹੀ ਹਾਂ, ਉਹ ਉਹਨੂੰ ਹੀ ਦਰਸਾਉਂਦਾ। ਸੋ ਜਿਸ ਤਰੀਕੇ ਨਾਲ ਅਸੀਂ ਬਾਕੀ ਭਾਸ਼ਾਵਾਂ ਨੂੰ ਪਿਆਰ ਕਰਦੇ ਹਾਂ ਨਾ, ਉਸੇ ਤਰੀਕੇ ਨਾਲ ਇਹ ਵੀ ਸੋਚੀਏ ਕਿ ਪੰਜਾਬੀ ਦੇ ਜਿਹੜੇ ਖੁੱਸੇ ਹੋਏ ਵਰਡ ਨੇ, ਜਿਹੜੇ ਗਵਾਚੇ ਹੋਏ ਵਰਡ ਨੇ, ਅਸੀਂ ਉਹਨਾਂ ਨੂੰ ਅੱਖਰ ਨੇ, ਉਹਨਾਂ ਨੂੰ ਦੁਬਾਰਾ ਸੁਰਜੀਤ ਕਰਨਾ ਸ਼ੁਰੂ ਕਰੀਏ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ। ਡੋਰ ਨੂੰ ਦਰਵਾਜ਼ਾ, ਬੂਹਾ ਕਹਿਣਾ ਸ਼ੁਰੂ ਕਰੀਏ, ਹੈ ਨਾ। ਵਿੰਡੋ ਨੂੰ ਖਿੜਕੀ ਜਾਂ ਝਰੋਖਾ ਜਾਂ ਜੋ ਵੀ ਜਿਹਦੀ ਵੀ ਭਾਸ਼ਾ ਦੇ ਵਿੱਚ ਜੋ ਵੀ ਕਿਹਾ ਜਾਂਦਾ ਸੀ, ਉਸ ਤਰੀਕੇ ਨਾਲ ਕਹਿਣਾ ਸ਼ੁਰੂ ਕਰੀਏ। ਆਪਣੀ ਭਾਸ਼ਾ ਨੂੰ ਸੁਰਜੀਤ ਕਰਨ ਦਾ ਜੇਕਰ ਜ਼ਿੰਮਾ ਹੈ ਕਿਸੇ ਉੱਤੇ, ਉਹ ਸਾਡੇ 'ਤੇ ਹੈ। ਜੇਕਰ ਇਸ ਨੂੰ ਕੋਈ ਸੁਰਜੀਤ ਕਰ ਸਕਦਾ ਤਾਂ ਆਪਾਂ ਹੀ ਕਰ ਸਕਦੇ ਹਾਂ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬਾਰੇ ਗੱਲ ਕਰਾਂਗੇ ਔਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਾਨੂੰ ਕਿਸ ਤਰੀਕੇ ਨਾਲ ਗੁਰਮੁਖੀ ਨੂੰ ਨਿਯਮ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਦਿੱਤਾ ਹੈ ਔਰ ਸਿੱਖਾਂ ਲਈ ਕਿੰਨਾ ਜ਼ਰੂਰੀ ਹੈ ਇਸ ਨਿਯਮ ਨੂੰ ਮੰਨਣਾ। ਇਹਦੇ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਅੱਜ ਦੇ ਲਈ ਦਿਓ ਮੈਨੂੰ ਇਜਾਜ਼ਤ। ਅਗਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਦੋਨੋਂ ਹੱਥ ਚਾਰ ਜੋੜ ਕੇ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।